TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ ਵਿੱਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਪਹਿਲਾਂ ਦੀ ਤਰ੍ਹਾਂ ਤੁਸੀਂ ਅੱਜ ਵਾਲੇ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਪਿਆਰ ਦਿਓਗੇ। ਤੇ ਆਓ ਆਪਾਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਜਿਹੜਾ ਮੈਂ ਵਿਸ਼ਾ ਲਿਆ ਹੈਗਾ ਪ੍ਰੋਗਰਾਮ ਦੇ ਵਿੱਚ, ਉਹ ਮੇਰਾ ਵਿਸ਼ਾ ਇਹ ਹੈਗਾ ਕਿ ਸਾਨੂੰ ਆਪਣੇ ਖਿੱਤੇ ਤੇ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਭਵਿੱਖ ਦੀ ਵਿਉਂਤਬੰਦੀ ਜ਼ਰੂਰ ਕਰਨੀ ਚਾਹੀਦੀ ਹੈਗੀ ਆ, ਨਹੀਂ ਤਾਂ ਅਸੀਂ ਫਿਰ ਖਤਾ ਜਿਹੜਾ ਹੈ ਉਹ ਖਾਵਾਂਗੇ। ਅੱਜ ਦਾ ਜਿਹੜਾ ਮੇਰਾ ਵਿਸ਼ਾ ਇਹ ਹੈਗਾ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ 905 872 52 59 ਦੇ ਉੱਪਰ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਇਸ ਗੱਲਬਾਤ ਦੇ ਵਿੱਚ ਅੱਜ ਮੇਰੀ ਕੋਸ਼ਿਸ਼ ਜਿਹੜੀ ਆ ਉਹ ਜਿਹੜੀ ਮੈਂ ਗੱਲਬਾਤ ਕਰਨ ਲੱਗਿਆ ਤੁਹਾਡੇ ਨਾਲ, ਇਹ ਬੜੀ ਗੰਭੀਰ ਹੈ। ਪਿਛਲੇ ਪ੍ਰੋਗਰਾਮਾਂ 'ਚ ਜਿੱਦਾਂ ਆਪਾਂ ਲਗਾਤਾਰਤਾ ਦੇ ਨਾਲ ਗੱਲਬਾਤ ਤੁਹਾਡੇ ਨਾਲ ਇਹ ਕੀਤੀ ਸੀ ਕਿ ਕਿਵੇਂ ਸਾਡੀ ਹਵਾ ਪਾਣੀ ਤੇ ਧਰਤੀ ਜਿਹੜੀ ਹੈਗੀ ਆ ਉਹਦੀ ਤਰਸਯੋਗ ਹਾਲਤ ਜਿਹੜੀ ਆ ਉਹ ਬਣੀ ਹੋਈ ਆ, ਤੇ ਸਾਡੇ ਜਿਹੜੇ ਫਰਜ਼ ਬਣਦੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਨਿਭਾਉਣਾ ਸਾਨੂੰ ਜ਼ਰੂਰ ਚਾਹੀਦਾ ਹੈਗਾ। ਜੇ ਅਸੀਂ ਅੱਜ ਉਹ ਫਰਜ਼ ਜਿਹੜੇ ਨੇ ਉਹ ਨਹੀਂ ਨਿਭਾਵਾਂਗੇ ਤੇ ਫਿਰ ਸਾਡੇ ਵਾਸਤੇ ਆਉਣ ਵਾਲੇ ਸਮਾਂ ਜਿਹੜਾ ਹੈਗਾ ਉਹ ਬਹੁਤ ਸਾਨੂੰ ਜਿਹੜਾ ਹੈ ਔਖਾ ਵੇਖਣਾ ਪਵੇਗਾ। ਸੋ ਭਵਿੱਖ ਦੀ ਵਿਉਂਤਬੰਦੀ ਕਰਨੀ, ਆਪਾਂ ਆਪਣੇ ਘਰ ਤੋਂ ਹੀ ਹਮੇਸ਼ਾ ਆਪਣੇ ਭਵਿੱਖ ਦੀ ਵਿਉਂਤਬੰਦੀ ਕਰਦੇ ਹਾਂ, ਆਪਣੀ ਵਿਉਂਤਬੰਦੀ ਕਰਦੇ ਹਾਂ, ਆਪਣੇ ਬੱਚਿਆਂ ਦੀ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਾਸਤੇ ਅਸੀਂ ਭਵਿੱਖ ਜਿਹੜਾ ਹੈ ਉਸ ਨੂੰ ਜਿਹੜਾ ਚੰਗਾ ਹੋਵੇ ਉਹਦੇ ਵਾਸਤੇ ਵਿਉਂਤਬੰਦੀ ਕਰਦੇ ਹੈਗੇ ਹਾਂ। ਉਹਦੇ ਨਾਲ ਨਾਲ ਸਾਡਾ ਫਰਜ਼ ਇਹ ਬਣਦਾ ਹੈਗਾ ਕਿ ਜਿਸ ਖਿੱਤੇ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਧਰਤੀ ਦੇ ਵਿੱਚ ਰਹਿ ਰਹੇ ਹਾਂ, ਜਿਸ ਧਰਤੀ ਨੂੰ ਅਸੀਂ ਮਾਂ ਮੰਨਦੇ ਹੈਗੇ ਹਾਂ, ਉਹਦੇ ਪ੍ਰਤੀ ਜਿਹੜੇ ਸਾਡੇ ਫਰਜ਼ ਬਣਦੇ ਹੈਗੇ ਆ, ਉਹਨਾਂ ਪ੍ਰਤੀ ਸਾਡੀ ਕੀ ਵਿਉਂਤਬੰਦੀ ਹੈ ਕਿ ਜਦੋਂ ਸਾਡੀ ਹੋਂਦ ਦੇ ਉੱਤੇ ਖਤਰਾ ਆਣ ਪਿਆ, ਸਾਡੀ ਹੋਂਦ ਨੂੰ ਖਤਰਾ, ਸਾਡੀ ਆਪਣੀ ਉੱਥੇ ਵਸਦੀ ਹੋਈ ਮਨੁੱਖਤਾ ਨੂੰ ਖਤਰਾ, ਉਹਦੇ ਨਾਲ ਨਾਲ ਸਾਡੀ ਜਿਹੜੀ ਉੱਥੇ ਜਲਵਾਯੂ, ਜ਼ਮੀਨ ਜਾਇਦਾਦ ਸਾਰੀ ਜਿਹੜੀ ਹੈਗੀ ਆ ਉਹਨੂੰ ਵੀ ਓਨਾ ਹੀ ਜਿਹੜਾ ਖਤਰਾ ਇਸ ਟਾਈਮ ਦੇ ਉੱਤੇ ਬਣਿਆ ਹੋਇਆ, ਲਗਾਤਾਰਤਾ ਦੇ ਨਾਲ ਬਣਿਆ ਹੋਇਆ ਹੈਗਾ। ਤੇ ਉਹਦੇ ਵਾਸਤੇ ਸਾਨੂੰ ਭਵਿੱਖ ਦੀ ਵਿਉਂਤਬੰਦੀ ਜਿਹੜੀ ਆ ਉਹ ਬੜੀ ਜਿਹੜੀ ਹੈ ਪਹਿਲ ਦੇ ਆਧਾਰ ਤੇ ਕਰਨੀ ਪਵੇਗੀ। ਬੇਸ਼ੱਕ ਕਿ ਇਸ ਟਾਈਮ ਦੇ ਉੱਤੇ ਹਾਲਾਤ ਜਿਹੜੇ ਨੇ ਉਹ ਸਾਡੇ ਵੱਲ ਦੇ ਨਹੀਂ, ਸਾਡੇ ਵੱਲ ਦੀ ਹਵਾ ਨਹੀਂ ਹੈ ਇਸ ਟਾਈਮ ਦੇ ਉੱਤੇ, ਪਰ ਲੇਕਿਨ ਕੀ ਅਸੀਂ ਜਦ ਕਦੀ ਪਰਿਵਾਰ ਦੇ ਵਿੱਚ, ਜਦ ਕਦੀ ਸਾਡੇ ਸਾਰੇ ਸਮਾਜ ਦੇ ਵਿੱਚ ਅਜਿਹੀ ਸਥਿਤੀ ਬਣ ਜਾਂਦੀ ਆ ਤੇ ਕੀ ਉਦੋਂ ਅਸੀਂ ਭਵਿੱਖ ਦੀਆਂ ਜਿਹੜੀਆਂ ਵਿਉਂਤਬੰਦੀਆਂ ਨਹੀਂ ਕਰਦੇ, ਭਵਿੱਖ ਬਾਰੇ ਨਹੀਂ ਸੋਚਦੇ, ਭਵਿੱਖ ਦੀ ਅਸੀਂ ਕੋਈ ਜਿਹੜੀ ਹੈ ਉਹਦੇ ਵਾਸਤੇ ਚੰਗੇ ਭਵਿੱਖ ਵਾਸਤੇ ਕੀ ਅਸੀਂ ਯਤਨਸ਼ੀਲ ਜਿਹੜੇ ਆ ਉਹ ਨਹੀਂ ਹੁੰਦੇ ਹੈਗੇ। ਸੋ ਜਿਸ ਤਰ੍ਹਾਂ ਕਿ ਅਸੀਂ ਯਤਨਸ਼ੀਲ ਉਹਨਾਂ ਕਾਰਜਾਂ ਕਰਕੇ ਹੁੰਨੇ ਆ, ਓਨਾ ਹੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਧਰਤੀ ਮਾਂ ਦੀ ਜਿਹੜੀ ਹੈ ਉਹਦੀ ਵਾਸਤੇ ਵੀ ਸਾਨੂੰ ਜਿਹੜਾ ਹੈ ਉਹ ਕੰਮ ਕਰਨਾ ਪਵੇਗਾ ਤੇ ਕਰਨੇ ਚਾਹੀਦੇ ਨੇ ਸਾਨੂੰ, ਤੇ ਉਹਦੇ ਵਾਸਤੇ ਸਾਨੂੰ ਬੜੇ ਵੱਡੇ ਰੂਪ ਦੇ ਵਿੱਚ ਯਤਨ ਜਿਹੜਾ ਹੈ ਉਹ ਕਰਨਾ ਪਵੇਗਾ, ਤਾਂ ਜਾ ਕੇ ਅਸੀਂ ਆਪਣੀ ਹੋਂਦ ਤੇ ਆਪਣੀ ਧਰਤੀ ਮਾਂ ਦੀ ਹੋਂਦ ਨੂੰ ਜਿਹੜਾ ਹੈ ਉਹ ਬਚਾ ਸਕਦੇ ਹੈਗੇ ਆ। ਪੰਜਾਬ ਦੀ ਦਾਅਵੇਦਾਰੀ ਲੋਕ ਬਹੁਤ ਕਰਦੇ ਨੇ, ਲੇਕਿਨ ਪੰਜਾਬ ਦਾ ਅਸਲੀ ਪੁੱਤ ਬਣ ਕੇ ਜਿਹੜਾ ਕੋਈ ਨਹੀਂ ਵਿਚਰਦਾ ਜਾਂ ਨਹੀਂ ਵਿਚਰ ਰਿਹਾ ਹੈਗਾ, ਉਹ ਫਿਰ ਪੰਜਾਬ ਦਾ ਪੁੱਤ ਕਿਵੇਂ ਹੋ ਸਕਦਾ ਜਿਹੜਾ ਪੰਜਾਬ ਹਤੈਸ਼ੀ ਨਹੀਂ ਹੈ, ਪੰਜਾਬ ਦੇ ਬਾਰੇ ਨਹੀਂ ਸੋਚਦਾ, ਪੰਜਾਬ ਦੇ ਵਸਦੇ ਹੋਏ ਬਸ਼ਿੰਦਿਆਂ ਬਾਰੇ ਨਹੀਂ ਸੋਚਦਾ ਹੈਗਾ। ਸੋ ਭਵਿੱਖ ਦੀਆਂ ਵਿਉਂਤਬੰਦੀਆਂ ਜਿਹੜੀਆਂ ਨੇ ਉਹ ਕਰਨ ਵਾਸਤੇ ਸਾਨੂੰ ਸਿਰਫ ਪੰਜਾਬ ਤੱਕ ਸੀਮਤ ਰਹਿ ਕੇ ਅਸੀਂ ਵਿਉਂਤਬੰਦੀ ਨਹੀਂ ਕਰ ਸਕਦੇ, ਨਾ ਹੀ ਅਸੀਂ ਦਿੱਲੀ ਤੱਕ ਰਹਿ ਕੇ ਵਿਉਂਤਬੰਦੀ ਕਰ ਸਕਦੇ ਹਾਂ। ਸਾਨੂੰ ਇਸ ਤੋਂ ਉੱਪਰ ਜਾਣਾ ਪਏਗਾ, ਜਿਹਨੂੰ ਆਪਾਂ ਜੀਓ ਪੋਲਿਟਿਕਸ ਦਾ ਨਾਂ ਦਿੰਦੇ ਹੈਗੇ ਆ। ਸੰਸਾਰ ਵਿੱਚ ਕੀ ਹੋ ਬੀਤ ਰਿਹਾ ਹੈਗਾ ਉਹਦੇ ਤੇ ਜਿਹੜੀ ਹੈ ਉਹ ਸਾਨੂੰ ਨਜ਼ਰ ਕਰਨੀ ਪਵੇਗੀ। ਅਸੀਂ ਸਿਰਫ ਸ਼ੰਭੂ ਬਾਰਡਰ ਤੱਕ ਹੀ ਨਾ ਸੋਚੀਏ, ਸ਼ੰਭੂ ਬਾਰਡਰ ਤੋਂ ਲੈ ਕੇ ਦਿੱਲੀ ਤੱਕ ਹੀ ਨਾ ਸੋਚੀਏ, ਸਾਨੂੰ ਉਸ ਤੋਂ ਵੀ ਜਿਹੜੀਆਂ ਆਪਣੀਆਂ ਹੱਦਾਂ ਨੇ
ਉਹ ਪਾਰ ਕਰਨੀਆਂ ਹੋਣਗੀਆਂ ਤਾਂ ਅਸੀਂ ਆਪਣੇ ਭਵਿੱਖ ਨੂੰ ਚੰਗੀ ਤਰ੍ਹਾਂ ਦੇ ਨਾਲ ਦੇਖ ਪਾਵਾਂਗੇ। ਬਾਉਂਡਰੀ ਜੇ ਅਸੀਂ ਛੋਟੀ ਰੱਖੀ ਤੇ ਫਿਰ ਮੈਨੂੰ ਲੱਗਦਾ ਕਿ ਸਾਡੀ ਨਜ਼ਰ ਉਹਨਾਂ ਚੀਜ਼ਾਂ ਤੋਂ ਜਿਹੜੀ ਆ ਦੂਰ ਹੋ ਜਾਏਗੀ, ਚਾਹੇ ਸਾਡੀ ਜਿਹੜੀ ਨਜ਼ਰ ਜਿਹੜੀ ਆ ਉਹ ਥੋੜ੍ਹੀ ਰਹਿ ਜਾਏਗੀ, ਜਿਸ ਕਰਕੇ ਸਾਡਾ ਭਵਿੱਖ ਜਿਹੜਾ ਆ ਉਹ ਧੁੰਦਲਾ ਜਿਹੜਾ ਉਹ ਹੋ ਸਕਦਾ ਹੈਗਾ। ਕਾਰਨ ਬਹੁਤ ਸਾਰੇ ਨੇ। ਪਹਿਲਾਂ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਡੇ ਨਾਲ ਇਹ ਗੱਲਬਾਤ ਕਰਨੀ ਚਾਹਾਂਗਾ ਕਿ ਮੇਰਾ ਇਹ ਕਹਿਣ ਦਾ ਭਾਵ ਇਹ ਕਿਉਂ ਆ ਕਿ ਸਾਨੂੰ ਲੰਮੇਰੀ ਨਜ਼ਰ ਜਿਹੜੀ ਆ ਉਹ ਮਾਰਨੀ ਪਵੇਗੀ। ਸਾਨੂੰ ਕੀ ਹੋ ਬੀਤ ਰਿਹਾ ਸੰਸਾਰ ਦੇ ਵਿੱਚ ਉਹਦੇ ਤੇ ਵੇਖਣਾ ਪਵੇਗਾ। ਜਦ ਰਾਜਿਆਂ ਦਾ ਰਾਜ ਸੀ ਤਾਂ ਤਦ ਅਸੀਂ ਇਹ ਸੋਚਦੇ ਸੀਗੇ ਕਿ ਰਾਜਿਆਂ ਦਾ ਰਾਜ ਜਿਹੜਾ ਹੈਗਾ ਉਹ ਮਨੁੱਖਤਾ ਵਾਸਤੇ ਕੋਈ ਬਹੁਤ ਵਧੀਆ ਨਹੀਂ ਹੈਗਾ, ਮਨੁੱਖਤਾ ਵਾਸਤੇ ਕੋਈ ਚੰਗਾ ਨਹੀਂ ਆ। ਬਹੁ ਗਿਣਤੀ ਦੇ ਵਿੱਚ ਜਿਹੜੇ ਰਾਜੇ ਹੋਏ ਨੇ ਜਾਂ ਰਾਜੇ ਸੀ, ਉਹਦੇ ਵਿੱਚ ਮਨੁੱਖ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਕਿ ਰਾਜੇ ਤੱਕ ਪਹੁੰਚ ਕਰਨੀ ਜਿਹੜੀ ਆ ਉਹਨਾਂ ਵਾਸਤੇ ਔਖੀ ਸੀ, ਜਾਂ ਉਹ ਇਸ ਤਰ੍ਹਾਂ ਦੇ ਸ਼ਾਸਕ ਹੋਏ ਨੇ ਕਿ ਉਹ ਆਪਣੀ ਜਿਹੜੀ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਤਾਨਾਸ਼ਾਹੀ ਜਿਹੜੀ ਆ ਉਹ ਚਲਾਉਂਦੇ ਸੀ ਜਾਂ ਤਾਨਾਸ਼ਾਹੀ ਚਲਾਉਂਦੇ ਰਹੇ ਨੇ ਉਹ ਪੂਰਨ ਰੂਪ ਦੇ ਵਿੱਚ। ਤੇ ਉਹ ਲੋਕਾਂ ਦਾ ਜਿਹੜਾ ਜੀਵਨ ਪੱਧਰ ਸੀ ਉਹਨੂੰ ਬਰਾਬਰਤਾ ਦੇ ਨਾਲ ਨਹੀਂ ਸੀ ਵੇਖਣਾ ਚਾਹੁੰਦੇ, ਤੇ ਗਾਂ ਉਹਨਾਂ ਦਾ ਜਿਹੜਾ ਲੌਂਗਲਾਣਾ ਜਿਹੜਾ ਹੁੰਦਾ ਸੀਗਾ ਉਹ ਵੀ ਉਸ ਤਰ੍ਹਾਂ ਦਾ ਹੀ ਹੁੰਦਾ ਸੀਗਾ। ਉਹਨਾਂ ਦਾ ਵੀ ਉਹ ਵੀ ਆਮ ਮਨੁੱਖ ਦੀ ਪਹੁੰਚ ਤੋਂ ਉਸ ਚੀਜ਼ ਨੂੰ ਦੂਰ ਰੱਖਿਆ ਜਾਂਦਾ ਸੀਗਾ। ਮਨੁੱਖ ਨੇ ਅੱਗੇ ਥੋੜ੍ਹਾ ਬਹੁਤ ਸੋਚਣ ਸ਼ਕਤੀ ਨੂੰ ਆਪਣੀ ਨੂੰ ਵਧਾਇਆ, ਥੋੜ੍ਹਾ ਬਹੁਤ ਸੋਚਿਆ ਇਸ ਦੇ ਬਾਰੇ, ਤੇ ਆਪਾਂ ਇੱਕ ਸੰਸਾਰ ਦੇ ਵਿੱਚ ਇੱਕ ਨਵੀਂ ਚੀਜ਼ ਨੂੰ ਜਨਮ ਦਿੱਤਾ। ਉਹਦਾ ਨਾਂ ਰੱਖਿਆ ਲੋਕਾਂ ਨੇ ਡੈਮੋਕ੍ਰੇਸੀ, ਜਿਹਦੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਨੇ ਉਸ ਜਿੱਥੇ ਵੀ ਡੈਮੋਕ੍ਰੇਸੀ ਹੈ ਇਸ ਟਾਈਮ ਤੇ ਸੰਸਾਰ ਦੇ ਵਿੱਚ ਤਕਰੀਬਨ 198-97 ਮੁਲਕਾਂ ਦੇ ਵਿੱਚ ਪੂਰਨ ਤੌਰ ਦੇ ਉੱਤੇ ਨਹੀਂ ਆ ਤਾਂ ਬਾਕੀ ਚੀਜ਼ ਦੇ ਉੱਤੇ ਜਿਹੜੀ ਆਪਾਂ ਕਹਿ ਸਕਦੇ ਹੈਗੇ ਆ ਕਿ ਉਹ ਆਪਾਂ ਡੈਮੋਕ੍ਰੇਸੀ ਦਾ ਨਾਮ ਜਿਹੜਾ ਦੇ ਦਿੰਦੇ ਹੈਗੇ ਆ। ਡੈਮੋਕ੍ਰੇਸੀ ਉਸ ਖਿੱਤੇ ਦੇ ਵਿੱਚ ਕਿੰਨੀ ਆ, ਉਸ ਖਿੱਤੇ ਦੇ ਵਿੱਚ ਹਕੂਮਤ ਕਰ ਰਹੇ ਜਿਹੜੇ ਲੋਕ ਨੇ ਜਾਂ ਉਸ ਦੇਸ਼ ਦੇ ਜਿਹੜੇ ਹਕੂਮਤੀ ਲੋਕ ਨੇ ਉਹ ਡੈਮੋਕ੍ਰੇਸੀ ਨੂੰ ਕਿਵੇਂ ਲੈਂਦੇ ਨੇ, ਜਾਂ ਉੱਥੇ ਡੈਮੋਕ੍ਰੇਸੀ ਹੈ ਜਾਂ ਨਹੀਂ ਆ, ਇਹ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨੇ। ਜਿੱਥੇ ਹਿਊਮਨ ਰਾਈਟਸ ਦੀ ਗੱਲ ਕੀਤੀ ਗਈ, ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਗਈ, ਹਿਊਮਨ ਰਾਈਟਸ ਦੀਆਂ ਗੱਲਾਂ ਹੋਈਆਂ, ਮਨੁੱਖ ਦੇ ਕੀ ਜਿਹੜੇ ਨੇ ਬੁਨਿਆਦੀ ਉਹਦਾ ਢਾਂਚਾ, ਉਹਦਾ ਤਾਣਾ ਬਾਣਾ ਬੁਣਿਆ ਗਿਆ, ਰੂਲਸ ਐਂਡ ਰੈਗੂਲੇਸ਼ਨ ਬਣਾਏ ਗਏ, ਤੇ ਉਹਦੇ ਵਾਸਤੇ ਇੱਕ ਸੰਗਠਨ ਜਿਹੜਾ ਉਹ ਕਾਇਮ ਕੀਤਾ ਗਿਆ ਜਿਹਨੂੰ ਆਪਾਂ UN ਦਾ ਨਾਮ ਦਿੱਤਾ ਗਿਆ। ਉਹ ਕੋਈ ਫੋਰਸਡ ਜਿਹੜੀ ਆ ਉਹਦੇ ਕੋਲ ਕੋਈ ਕਿਸੇ ਕਿਸਮ ਦੀ ਕੋਈ ਫੋਰਸ ਨਹੀਂ ਆ, ਲੇਕਿਨ ਉਹਦੇ ਵਾਸਤੇ ਉਹ ਕੁਝ ਦੇਸ਼ਾਂ ਨੇ ਜਿਹੜਾ ਹੈ ਉਹਦੇ ਵਾਸਤੇ ਯਤਨ ਕੀਤਾ ਤੇ ਉਹਦੇ ਹਿਸਾਬ ਦੇ ਨਾਲ ਕੁਝ ਪਾਵਰਸ ਜਿਹੜੀਆਂ ਨੇ ਉਹ ਦਿੱਤੀਆਂ। ਜਿਹੜੀਆਂ ਉਹ ਪਾਵਰਸ ਜਿਹੜੀਆਂ ਦਿੱਤੀਆਂ UN ਦੇ ਵਿੱਚ, ਤੇ ਅੱਜ ਦੇ ਮੌਜੂਦਾ ਹਾਲਾਤਾਂ ਦੇ ਮੁਤਾਬਕ ਆਪਾਂ ਇਹ ਸੋਚ ਸਕਦੇ ਹੈਗੇ ਆ ਕਿ UN ਦੇ ਵਿੱਚ ਜਿਹੜੀ ਆ ਉਹ ਪੂਰੀ ਪਾਰਦਰਸ਼ਤਾ ਜਿਹੜੀ ਆ ਉਹ ਹੈਗੀ ਆ। ਕਈ ਵਾਰੀ ਅਸੀਂ ਜਦੋਂ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਦੇ ਹੈਗੇ ਆ ਤਾਂ ਸਾਡਾ ਸਿੱਧਾ ਇੱਕ ਸਵਾਲ ਵੀ ਹੁੰਦਾ, ਇੱਕ ਜਵਾਬ ਵੀ ਹੁੰਦਾ, ਤੇ ਇੱਕ ਸਾਡਾ ਜਿਹੜਾ ਇੱਕ ਆਪਾਂ ਕਹਿ ਦਿੰਦੇ ਆ ਕਿ ਜਿੱਦਾਂ ਇੱਕ ਬਾਪ ਵੱਲ ਕੋਈ ਬੱਚੇ ਦੇਖਦੇ ਨੇ, ਉਸ ਤਰ੍ਹਾਂ ਦੇ ਨਾਲ ਜਿਹੜੀਆਂ ਕਮਿਊਨਿਟੀਆਂ ਜਿਹੜੀਆਂ ਨੇ ਉਹ ਇਸ ਟਾਈਮ ਦੇ ਉੱਤੇ ਸੰਸਾਰ ਭਰ ਦੇ ਵਿੱਚ ਮਾਈਨੋਰਟੀਜ਼ ਨੇ, ਜਾਂ ਉਹ ਇਹ ਮਹਿਸੂਸ ਕਰਦੀਆਂ ਨੇ ਕਿ ਸਾਡੇ ਉੱਤੇ ਬਹੁਤ ਗਿਣਤੀ ਜਿਹੜੀ ਆ ਉਹ ਸਾਨੂੰ ਤੰਗ ਕਰਦੀ ਆ, ਤੇ ਉਹਦਾ ਜਿਹੜਾ ਸਿੱਧਾ ਇੱਕ ਜਿਹੜਾ ਇੱਕ ਆਸ ਵਾਂਗੂ ਦੇਖਣਾ ਹੁੰਦਾ ਉਹ UN ਹੁੰਦਾ ਹੈਗਾ। ਸੋ ਲੇਕਿਨ ਪਿਛਲੇ ਸਮੇਂ ਦੇ ਵਿੱਚ ਕਈ ਵਾਰ ਇੱਕ ਦੋ ਵਾਰ ਕਿਸੇ UN ਦੇ ਨੁਮਾਇੰਦੇ ਨਾਲ ਮੇਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਬੜੀ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਫੋਰਸ ਨਹੀਂ ਹੈ ਕਿ ਅਸੀਂ ਕਿਸੇ ਦੇਸ਼ ਨੂੰ ਫੋਰਸਫੁਲੀ ਇਹ ਗੱਲ ਕਹਿ ਸਕੀਏ। ਕੁਝ ਪਾਬੰਦੀਆਂ ਹੁੰਦੀਆਂ ਨੇ, ਉਹ ਹਰ ਇੱਕ ਦੇਸ਼ ਦੀ ਇੱਕ ਆਪਣੀ ਪਾਵਰ ਆ, ਇੱਕ ਆਪਣੀ ਜਿਹੜੀ ਹੈ ਉਹ ਆਪਣੀ ਤਾਕਤ ਰੱਖਦਾ, ਉਸ ਮੁਤਾਬਕ
ਉਹ ਜਿਹੜੇ ਯੂਐਨਓ ਚੋਂ ਲੋਕ ਕੋਈ ਜਿਹੜੇ ਨੇ ਉਹ 7ਵੇਂ ਹੋਰ ਅਸਮਾਨ ਤੋਂ ਤੇ ਪੈਦਾ ਨਹੀਂ ਹੋਏ, ਉਹ ਵੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਜਿਹੜੇ ਨੁਮਾਇੰਦੇ ਨੇ ਉੱਥੇ ਕੰਮ ਜਿਹੜੇ ਨੇ ਉਹ ਕਰਦੇ ਹੈਗੇ ਨੇ। ਸੋ ਉੱਥੇ ਵੀ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਉੱਥੇ ਜਿਹੜੀ ਪਾਵਰ ਯੂਜ਼ ਹੁੰਦੀ ਹੈਗੀ ਆ, ਉਹ ਵੀ ਦੇਸ਼ਾਂ ਦੀ ਇੱਕ ਆਪਣੀ ਤਾਕਤ ਮੁਤਾਬਕ ਉੱਥੇ ਜਿਹੜਾ ਕੰਮ ਕਰ ਰਿਹਾ ਉਹ ਹੁੰਦਾ, ਜੋ ਹੁਣ ਤੱਕ ਦੇਖਣ ਦੇ ਵਿੱਚ ਆਇਆ ਹੈਗਾ। ਅਸੀਂ ਆਸਵੰਦ ਤਾਂ ਹੁੰਨੇ ਹੀ ਆ, ਕਿਉਂਕਿ ਜਿਹੜਾ ਸੰਗਠਨ ਜਿਸ ਚੀਜ਼ ਵਾਸਤੇ ਪੈਦਾ ਕੀਤਾ ਗਿਆ ਤੇ ਫਿਰ ਆਸ ਵੀ ਉਸ ਤੋਂ ਹੀ ਰੱਖੀ ਜਾ ਸਕਦੀ ਹੈ, ਦੂਸਰੇ ਕਿਸੇ ਚੀਜ਼ ਤੋਂ ਆਸ ਜਿਹੜੀ ਆ ਉਹ ਨਹੀਂ ਰੱਖੀ ਜਾ ਸਕਦੀ ਹੈਗੀ। ਸੋ ਮੇਰਾ ਕਹਿਣ ਦਾ ਭਾਵ ਕਿ ਅਸੀਂ ਜਦੋਂ ਡੈਮੋਕ੍ਰੇਸੀ ਨੂੰ ਚੁਣ ਲਿਆ, ਇੱਕ ਕਿਸਮ ਦਾ ਰਿਫਾਰਮ ਆਇਆ ਉਸ ਟਾਈਮ ਦੇ ਉੱਤੇ ਕਿ ਹਿਊਮਨ ਦੇ ਰਾਈਟਸ ਹੋਣੇ ਚਾਹੀਦੇ ਹੈਗੇ ਆ, ਮਨੁੱਖਤਾ ਦਾ ਜਿਹੜਾ ਜੀਵਨ ਆ ਉਹ ਇਸ ਤਰ੍ਹਾਂ ਦਾ ਨਾਲ ਹੋਣਾ ਚਾਹੀਦਾ। ਬਹੁਤ ਕੁਝ ਉਹਦੇ ਵਿੱਚ ਜਿਹੜੀਆਂ ਕਰਾਉਣ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕੀਤੀਆਂ ਗਈਆਂ। ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਨੇ ਉਹ ਬਣਾਏ ਗਏ ਕਿ ਮਨੁੱਖ ਜਿਹੜਾ ਹੈਗਾ ਉਹਨੂੰ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ, ਉਹਨੂੰ ਬਰਾਬਰਤਾ ਦਾ ਅਧਿਕਾਰ ਹੋਣਾ ਚਾਹੀਦਾ, ਉਹਨੂੰ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਉਹਦਾ ਜੀਵਨ ਪੱਧਰ ਹੋਣਾ ਚਾਹੀਦਾ, ਉਹ ਖੁਦ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਡਿਸਾਈਡ ਜਿਹੜਾ ਉਹ ਕਰੇ। ਲੇਕਿਨ ਕੀ ਇਸ ਤਰ੍ਹਾਂ ਦੇ ਨਾਲ ਹੋਇਆ ਤੇ ਹੋ ਰਿਹਾ ਹੈਗਾ? ਇਹ ਬੜਾ ਵੱਡਾ ਸਵਾਲ ਸਾਡੇ ਅੱਗੇ ਖੜਾ ਹੋ ਜਾਂਦਾ ਹੈਗਾ। ਹੁਣ ਕੁਝ ਦੇਸ਼ਾਂ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਆ ਉਹ ਸਿਰਫ ਕਹਿਣ ਨੂੰ ਪੇਪਰਾਂ ਦੇ ਵਿੱਚ ਡੈਮੋਕ੍ਰੇਸੀ ਦਾ ਨਾਮ ਜਿਹੜਾ ਦਿੱਤਾ ਜਾਂਦਾ, ਅਦਰਵਾਈਜ਼ ਡੈਮੋਕ੍ਰੇਸੀ ਦਾ ਉੱਥੇ ਬਿਲਕੁਲ ਕੋਈ ਨਾਮੋ ਨਿਸ਼ਾਨ ਨਹੀਂ ਹੈ। ਤੇ ਇਹਦੇ ਵਿੱਚ ਮੈਨੂੰ ਕਹਿਣ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਮੈਂ ਇਹਦੇ ਵਿੱਚ ਲੋਕਲਕਾ ਵਾਲੀ ਗੱਲ ਨਹੀਂ ਹੈਗੀ। ਤੇ ਉਹਦੇ ਵਿੱਚ ਜੇ ਮੈਂ ਭਾਰਤ ਦਾ ਨਾਮ ਲੈ ਲਵਾਂ ਤੇ ਉਹ ਸਭ ਤੋਂ ਪਹਿਲੇ ਨੰਬਰ ਤੇ ਮੇਰੇ ਹਿਸਾਬ ਦੇ ਨਾਲ ਲਿਆ ਜਾ ਸਕਦਾ ਹੈਗਾ, ਜਿੱਥੇ ਡੈਮੋਕ੍ਰੇਸੀ ਦੇ ਨਾਮ ਦੀ ਕੋਈ ਚੀਜ਼ ਹੀ ਨਹੀਂ। ਔਰ ਖਾਸ ਤੌਰ ਤੇ ਵੈਸੇ ਤਾਂ ਇਹ ਸ਼ੁਰੂ ਤੋਂ ਹੀ ਆ, ਲੇਕਿਨ ਸਾਨੂੰ ਖੁੱਲੇ ਰੂਪ ਦੇ ਵਿੱਚ ਤੇ ਸਾਨੂੰ ਜ਼ਾਹਰਾ ਰੂਪ ਦੇ ਵਿੱਚ ਜਿਹੜੀ ਜ਼ਾਹਰ ਹੋਣੀ ਸ਼ੁਰੂ ਹੋਈ ਉਹ 2014 ਤੋਂ ਬਾਅਦ, ਜਦੋਂ ਬੀਜੇਪੀ ਦੀ ਗਵਰਨਮੈਂਟ ਜਿਹੜੀ ਆ ਉਹ ਆਪਣੀ ਸੱਤਾ ਸੰਭਾਲਦੀ ਆ ਤੇ ਬੜੇ ਵੱਡੇ ਰੂਪ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹੈਗੇ ਆ ਕਿ ਮਨੁੱਖਤਾ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈਗਾ। ਉਹਦੇ ਵਿੱਚ ਜਦੋਂ ਇਹ ਲੋਕ ਡੈਮੋਕ੍ਰੇਸੀ ਦੇ ਨਾਮ ਦੇ ਉੱਤੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਸਾਡਾ ਬਹੁਤ ਧਰਮੀ ਦੇਸ਼ ਆ ਤੇ ਅਸੀਂ ਦੁਨੀਆ ਦੀ ਬੜੀ ਵੱਡੀ ਡੈਮੋਕ੍ਰੇਸੀ ਨੂੰ ਜਿਹੜਾ ਹੈ ਉਹ ਜਨਮ ਦੇ ਕੇ ਇੱਥੇ ਲੋਕਾਂ ਦਾ ਜੀਵਨ ਪੱਧਰ ਅਸੀਂ ਬਹੁਤ ਵਧੀਆ ਜਿਹੜਾ ਹੈ ਉਹ ਰੱਖ ਰਹੇ ਹੈਗੇ ਆ, ਪਰ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਜ਼ੀਰੋ ਆਪਾਂ ਕਹਿ ਸਕਦੇ ਹੈਗੇ ਆ। ਮਿਨੋਰਟੀਜ਼ ਨੂੰ ਸਰਵਾਈਵ ਕਰਨਾ ਇਸ ਟਾਈਮ ਦੇ ਉੱਤੇ ਉੱਥੇ ਸਭ ਤੋਂ ਜ਼ਿਆਦਾ ਔਖਾ ਹੋ ਰਿਹਾ ਹੈਗਾ। ਔਰ ਖਾਸ ਤੌਰ ਦੇ ਉੱਤੇ ਜਿੱਥੇ ਮਿਨੋਰਟੀਜ਼ ਜਿਹੜੀਆਂ ਨੇ ਉਹ ਸਟਰਗਲ ਕਰ ਰਹੀਆਂ ਨੇ, ਉੱਥੇ ਇੱਕ ਚੀਜ਼ ਜਿਹੜੀ ਆ ਉਹ ਸਾਨੂੰ ਬੜੀ ਸਪਸ਼ਟ ਰੂਪ ਦੇ ਵਿੱਚ ਜਿਹੜੀ ਉਹ ਸਾਹਮਣੇ ਆ ਗਈ ਕਿ ਜਿੱਥੇ ਡੈਮੋਕ੍ਰੇਸੀ ਦਾ ਘਾਣ ਤਾਂ ਕੀਤਾ ਹੀ ਜਾ ਰਿਹਾ ਹੈਗਾ, ਉੱਥੇ ਜਿਹੜੀ ਬਹੁਤ ਗਿਣਤੀ ਦੇ ਲੋਕ ਉੱਥੇ ਰਹਿ ਰਹੇ ਨੇ, ਕੋਈ ਉਹਨਾਂ ਦਾ ਜੀਵਨ ਪੱਧਰ ਵੀ ਜਿਹੜਾ ਹੈ ਉਹ ਕੋਈ ਬਹੁਤ ਉੱਚਾ ਨਹੀਂ ਹੋ ਗਿਆ, ਬਹੁਤ ਕੀ ਉੱਚਾ ਨਹੀਂ ਹੋ ਗਿਆ ਜੇ ਕਹਿਣਾ ਹੋਵੇ ਸਪਸ਼ਟ ਲਫ਼ਜ਼ਾਂ ਦੇ ਵਿੱਚ। ਉਹਨਾਂ ਨੂੰ ਵੀ ਕੋਈ ਇਸ ਚੀਜ਼ ਦਾ ਫਾਇਦਾ ਨਾ ਹੋਇਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲਾ ਹੈਗਾ। ਸੋ ਜਿਸ ਚੀਜ਼ ਵਾਸਤੇ ਮਨੁੱਖ ਨੇ ਸਟਰਗਲ ਕਰਕੇ ਅੱਗੇ ਆਣ ਕੇ ਇੱਕ ਕਿਸਮ ਦਾ ਰਿਫਾਰਮ ਲੈ ਕੇ ਆਂਦਾ, ਜਿਹਦਾ ਨਾਮ ਰੱਖਿਆ ਗਿਆ ਡੈਮੋਕ੍ਰੇਸੀ, ਆਪਾਂ ਝਾਤ ਮਾਰ ਲਈਏ ਕਿ ਡੈਮੋਕ੍ਰੇਸੀ ਕਿਤੇ ਸਾਨੂੰ ਦਿਖਾਈ ਦਿੰਦੀ ਆ ਹੁਣ ਤੱਕ ਕੀ ਖਾਸ ਤੌਰ ਦੇ ਉੱਤੇ ਜਿੰਨੀਆਂ ਵੀ ਹੁਕੂਮਤਾਂ ਆਈਆਂ ਉਹਨਾਂ ਨੇ ਚੰਮਦੀਆਂ ਚਲਾਈਆਂ, ਉਹਨਾਂ ਨੇ ਉਸ ਦੇਸ਼ ਨੂੰ ਵੀ ਲੁੱਟਿਆ ਤੇ ਲਟਾਇਆ ਤੇ ਉਹਦਾ ਜਿਹੜਾ ਲੋਕਾਂ ਦਾ ਜਿਹੜਾ ਜੀਵਨ ਪੱਧਰ ਸੀ ਉਹ ਥੱਲੇ ਨੂੰ ਕੀਤਾ ਤੇ ਕੁਝ ਕੁ ਘਰਾਣੇ ਜਿਹੜੇ ਨੇ ਉੱਥੇ ਜਿਹੜੇ ਨੇ ਉਹ ਬੜੇ ਵੱਡੇ ਰੂਪ ਦੇ ਵਿੱਚ ਫੈਲੇ ਆ, ਪਿਛਲੇ ਸਮੇਂ ਦੌਰਾਨ ਵੀ ਫੈਲੇ। ਤੇ ਉਹਨਾਂ ਨੇ ਜਿਹੜਾ ਲਗਾਤਾਰਤਾ ਦੇ ਨਾਲ ਕੰਮ ਕੀਤਾ ਉਹ ਇਹ ਕੀਤਾ ਕਿ ਜਿੰਨਾ ਕੁ ਮਿਨੋਰਟੀਜ਼ ਨੂੰ ਦਬਾਇਆ ਜਾ ਸਕਦਾ ਹੈਗਾ, ਘੱਟ ਗਿਣਤੀਆਂ ਨੂੰ ਜਿੰਨਾ ਕੁ ਕੁੱਟਿਆ ਤੇ ਲੁੱਟਿਆ ਜਾ ਸਕਦਾ ਹੈਗਾ, ਉਹ ਵੱਧ ਤੋਂ ਵੱਧ ਜਿਹੜਾ ਹੈ ਉਹ ਲੁੱਟਿਆ ਜਾਵੇ, ਤਾਂ ਕਿ ਜਿਹੜਾ ਇਹ ਲੋਕ ਨੇ ਇਹ ਜਾਂ ਤਾਂ ਸਿਰਫ ਆਪਣੇ ਸਾਹ ਲੈਣ ਨੂੰ ਹੀ ਆਪਣਾ ਜੀਵਨ ਜਿਹੜਾ ਉਹ ਸਮਝਣ ਲੱਗ ਪੈਣ। ਇਹ ਵੈਸੇ ਹਿਟਲਰ ਦੀ ਥਿਊਰੀ ਸੀ ਤੇ ਉਸੇ ਥਿਊਰੀ ਤੋਂ ਹੀ ਇਹ
ਸੰਘ ਵਾਲਿਆਂ ਨੇ ਜਿਹੜਾ ਹੈ ਇਹਨਾਂ ਦੀਆਂ ਪਿਛਲਾ ਸਾਰਾ ਹਿਸਾਬ ਕਿਤਾਬ ਪੜ੍ਹ ਲਓ, ਦੇਖ ਲਓ, ਇਹਨਾਂ ਦੀਆਂ ਸਟੇਟਮੈਂਟਾਂ ਦੇਖ ਲਓ, ਇਹਨਾਂ ਦਾ ਜਿਹੜਾ ਇਸ ਟਾਈਮ ਦੇ ਉੱਤੇ ਰਾਜ ਕਰਨ ਦਾ ਤਰੀਕਾ ਦੇਖ ਲਓ, ਉਹ ਬਿਲਕੁਲ ਉਸ ਦੇ ਬਰਾਬਰ, ਉਸ ਤੋਂ ਕਿਤੇ ਜ਼ਿਆਦਾ ਵੱਧ ਤੁਹਾਨੂੰ ਮਿਲੇਗਾ। ਜ਼ਿਆਦਾ ਇਹਨਾਂ ਦੇ ਵਿੱਚ ਜਿਹੜੀ ਹੈ ਉਹ ਕਰੂਰਤਾ ਤੁਹਾਨੂੰ ਨਜ਼ਰ ਜਿਹੜੀ ਆ ਉਹ ਆਵੇਗੀ। ਜਿਹੜਾ ਕਾਨੂੰਨ ਬਣਾ ਦਿੰਦੇ ਨੇ, ਜਿਹੜੀ ਕੋਈ ਚੀਜ਼ ਕਰ ਦਿੰਦੇ ਨੇ, ਜਿਹੜਾ ਕੋਈ ਰੂਲਸ ਐਂਡ ਰੈਗੂਲੇਸ਼ਨ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੰਦੇ ਨੇ, ਕਰੰਸੀ ਤੋਂ ਸ਼ੁਰੂ ਹੋ ਕੇ ਤੇ ਜਿਹੜੇ ਇਹਨਾਂ ਦੇ ਲਟੇਰੇ ਜਿੰਨੇ ਵੀ ਲੁੱਟ ਕੇ ਬਾਹਰ ਬਹਿ ਗਏ ਜਾ ਕੇ, ਕਿੰਦਿਆਂ ਕਦੇ ਨਾਮ ਜਿਹੜੇ ਨੇ ਉਹ ਲਏ ਜਾ ਸਕਦੇ ਨੇ। ਹਰ ਰੋਜ਼ ਅਸੀਂ ਆਪਣੇ ਪਲੇਟਫਾਰਮਾਂ ਤੋਂ ਨਾਮ ਹੀ ਲੈਂਦੇ ਹੁਣ ਇਸ ਟਾਈਮ ਦੇ ਉੱਤੇ ਥੱਕ ਗਏ ਆ ਕਿ ਕਿੰਨੇ ਕੁ ਬੰਦੇ ਜਿਹੜੇ ਨੇ ਇਹਨਾਂ ਦੇ ਲਟੇਰੇ ਜਿਹੜੇ ਸੀਗੇ ਇਹਨਾਂ ਨੇ ਲੁਟਾਇਆ, ਤੇ ਹੁਣ ਵੀ ਲਗਾਤਾਰਤਾ ਦੇ ਨਾਲ ਕੁਝ ਘਰਾਣੇ ਜਿਹੜੇ ਨੇ ਉਹ ਫੈਲ ਰਹੇ ਨੇ। ਤੇ ਇਹਨਾਂ ਨੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਨੇ ਥੋਪੇ ਨੇ, ਪੁਰਾਣੇ ਸਮੇਂ ਦੇ ਵਿੱਚ ਜਦੋਂ ਨੋਟਬੰਦੀ ਕੀਤੀ ਉਸ ਤੋਂ ਬਾਅਦ ਹੁਣ ਤੱਕ ਤੁਸੀਂ ਇਹ ਦੇਖ ਲਓ ਕਿ ਖੇਤੀ ਕਾਨੂੰਨਾਂ ਤੱਕ ਇਹਨਾਂ ਨੇ ਕਿਸੇ ਵੀ ਚੀਜ਼ ਤੋਂ ਪਿੱਛੇ ਜਿਹੜੇ ਨੇ ਉਹ ਨਹੀਂ ਹਟੇ ਹੈਗੇ, ਤੇ ਇਹ ਬੇਜਿੱਦ ਨੇ ਕਿ ਅਸੀਂ ਬਿਲਕੁਲ ਪਿੱਛੇ ਜਿਹੜਾ ਹੈ ਉਹ ਨਹੀਂ ਹਟਣਾ, ਚਾਹੇ ਤੁਸੀਂ ਜੋ ਮਰਜ਼ੀ ਕਰ ਲਵੋ। ਸੋ ਇਹਦੇ ਵਿੱਚ ਮੈਨੂੰ ਇਹ ਦੱਸੋ ਕਿ ਕਿਤੇ ਡੈਮੋਕ੍ਰੇਸੀ ਦਾ ਨਾਮੋ ਨਿਸ਼ਾਨ ਤੁਹਾਨੂੰ ਦਿਖਾਈ ਦਿੰਦਾ? ਜਿਹੜਾ ਇਹ ਬੰਦਾ ਭਾਰਤ ਵਿੱਚ ਖੜਾ ਹੋ ਕੇ ਇਹ ਗੱਲ ਕਹਿੰਦਾ ਕਿ ਮੈਂ ਇੱਕ ਡੈਮੋਕ੍ਰੇਟਿਕ ਮੁਲਕ ਦੇ ਵਿੱਚ ਜਿਹੜਾ ਹੈ ਉਹ ਰਹਿ ਰਿਹਾ ਹੈਗਾ, ਤੇ ਮੈਨੂੰ ਲੱਗਦਾ ਕਿ ਉਹਦੇ ਦਿਮਾਗ ਨੂੰ ਸਿਰਫ ਤਾਲਾ ਹੀ ਲੱਗਿਆ ਹੋਇਆ, ਉਹਨੇ ਕਦੀ ਆਪਣੇ ਦਿਮਾਗ ਨੂੰ ਚਾਬੀ ਲਾ ਕੇ ਖੋਲ੍ਹਣ ਦੀ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕੀਤੀ, ਤੇ ਮੈਨੂੰ ਲੱਗਦਾ ਉਹ ਕਰੇਗਾ ਵੀ ਨਹੀਂ, ਕਿਉਂਕਿ ਇਹ ਧਰਮ ਦਾ ਪੱਤਾ ਜਿਹੜਾ ਹੈ ਉਹ ਖੇਡ ਕੇ ਤੇ ਲੋਕਾਂ ਨੂੰ ਉਲਝਾ ਕੇ ਆਪਸ ਦੇ ਵਿੱਚ, ਤੇ ਜਿਹੜੀ ਬਹੁ ਗਿਣਤੀ ਉੱਥੇ ਜਿਹੜੀ ਵਸਦੀ ਹੈਗੀ ਆ, ਜਿਹੜੀ ਕਿ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਤੇ ਬਹੁ ਗਿਣਤੀ ਦੇ ਰੂਪ ਦੇ ਵਿੱਚ ਹੀ ਉਹ ਪਿਸ ਰਹੀ ਹੈਗੀ ਆ। ਚਾਹੇ ਕਿਸੇ ਬਿਜ਼ਨਸਮੈਨ ਨਾਲ ਗੱਲ ਕਰ ਲਓ ਤੁਸੀਂ, ਛੋਟੇ ਬਿਜ਼ਨਸਮੈਨ ਦੇ ਨਾਲ, ਛੋਟੇ ਵਪਾਰੀ ਨਾਲ ਗੱਲ ਕਰ ਲਓ ਤੁਸੀਂ, ਜਾਂ ਇਸ ਤੋਂ ਇਲਾਵਾ ਹੋਰ ਕਿਸੇ ਜਿਹੜੇ ਬੰਦੇ ਉੱਥੇ ਰਹਿ ਰਹੇ ਨੇ, ਕਿ ਉਹਨਾਂ ਨੂੰ ਇਹਨਾਂ ਨੇ ਕੋਈ ਸਪੈਸ਼ਲ ਕਿਸੇ ਕਿਸਮ ਦੀ ਕੋਈ ਰਾਹਤ ਦਿੱਤੀ, ਕਿਸੇ ਕਿਸਮ ਦਾ ਕੋਈ ਉਹਨਾਂ ਵਾਸਤੇ ਬੈਨੀਫਿਟ ਕੀਤਾ? ਤੇ ਜੇ ਉਹਨਾਂ ਤੁਹਾਡੇ ਵਾਸਤੇ ਕੋਈ ਬੈਨੀਫਿਟ ਹੀ ਨਹੀਂ ਕੀਤਾ, ਤੇ ਫਿਰ ਮੈਨੂੰ ਤੁਸੀਂ ਇਹ ਦੱਸੋ ਕਿ ਕਿਹੜੇ ਡੈਮੋਕ੍ਰੇਸੀ ਦੀ ਤੁਸੀਂ ਜਿਹੜੀ ਗੱਲਬਾਤ ਕਰ ਰਹੇ ਹੈਗੇ ਹੋ, ਤੇ ਤੁਸੀਂ ਕਿਸ ਵਜ੍ਹਾ ਦੇ ਨਾਲ ਮਿਨੋਰਟੀਜ਼ ਦੇ ਉੱਤੇ ਜਿਹੜਾ ਹੈ ਉਹ ਧੱਕੇਸ਼ਾਹੀ ਕਰਦੇ ਹੋ? ਕੋਈ ਉਸ ਚੀਜ਼ ਦਾ ਤੁਹਾਨੂੰ ਲਾਭ ਜਿਹੜਾ ਹੁਣ ਤੱਕ ਹੋਇਆ? ਗੱਲਾਂ ਬਾਤਾਂ ਇਸ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਜੀ। ਵਕਫਾ ਜਿਹੜਾ ਹੈ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਜੁੜਾਂਗੇ। ਆਪਾਂ ਲੈਨੇ ਇੱਕ ਛੋਟੀ ਜੀ ਬ੍ਰੇਕ ਇੱਥੇ। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल, सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ईबाबा एंटरटेनमेंट ऐप। कास्ट डोंगल दी मदद नाल तुसी अपने पसंदीदा टीवी चैनल्स या मूवीज अपने टीवी ते भी देख सकदे हो अते ड्राइव करदे वेले ब्लूटूथ नाल रेडियो भी सुन सकदे हो। ईबाबा एंटरटेनमेंट ऐप एंड्रॉयड टीवी अते सेट टॉप बॉक्स गूगल प्ले स्टोर ते उपलब्ध हैं। सो जल्दी तो जल्दी खुद भी ये ऐप डाउनलोड करो अते अपने फैमिली फ्रेंड्स नाल भी ये जानकारी शेयर करो। ईबाबा एंटरटेनमेंट ऐप। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ, ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ, 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲੇ ਪੇਜ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ।
टोरंटो देख रहे हैं दर्शकों ਨੂੰ ਸਤਿ ਸ਼੍ਰੀ ਅਕਾਲ। ਮੈਂ ਕਵਿਨ ਗੁਰਬਾਲ ਲੈ ਕੇ ਆ ਰਹੀ ਹਾਂ ਪ੍ਰੋਗਰਾਮ ਮਸਤੀ ਵਿਦ ਕਿਡਸ। ਅਗਰ ਤੁਹਾਡੀ ਏਜ 5 to 14 ਹੈ ਫਿਰ ਤੁਸੀਂ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਅਗਰ ਤੁਸੀਂ ਮੇਰੇ ਗੈਸਟ ਬਣਨਾ ਚਾਹੁੰਦੇ ਹੋ contact tv16toronto@gmail.com ਜਾਂ ਟੈਕਸਟ ਮੈਸੇਜ और WhatsApp करो 647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ। ਪ੍ਰੋਗਰਾਮ ਬ੍ਰੇਕ ਤੋਂ ਬਾਅਦ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਜੀ। ਆਪਾਂ ਗੱਲ ਕਰਦੇ ਪਏ ਸੀਗੇ ਕਿ ਡੈਮੋਕ੍ਰੇਸੀ ਦਾ ਨਾਮੋ ਨਿਸ਼ਾਨ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਮੈਂ ਭਾਰਤ ਦੀ ਗੱਲ ਕਰਦਾ ਪਿਆ ਸੀਗਾ ਕਿ ਉੱਥੇ ਹੈ ਨਹੀਂ ਹੈਗਾ। ਸੋ ਇਹਦੇ ਵਿੱਚ ਆਪਾਂ ਪਿਛਲੇ ਸਮੇਂ ਦੇ ਦੌਰਾਨ ਵੀ ਦੇਖਿਆ ਕਿ ਕਿੱਦਾਂ ਇਹਨਾਂ ਨੇ ਜਸੂਸੀ ਦੇ ਇਹਦੇ ਵਾਸਤੇ ਅਸੀਂ ਖਾਸ ਪ੍ਰੋਗਰਾਮ ਕਰਾਂਗੇ ਕੋਈ, ਪਰ ਲੇਕਿਨ ਮੋਟਾ ਜੇ ਦੱਸ ਦਿੱਤਾ ਜਾਵੇ ਕਿ ਇੱਕ ਆਮ ਬੰਦੇ ਦੀ ਕਿਵੇਂ ਇਹਨਾਂ ਦੀਆਂ ਏਜੰਸੀ ਜਿਹੜੀਆਂ ਨੇ ਜਸੂਸੀ ਜਿਹੜੀਆਂ ਨੇ ਕਰਾ ਰਹੇ ਹੈਗੇ ਨੇ। ਪਹਿਰੇਦਾਰ ਅਖਬਾਰ ਦਾ ਨਾਮ ਸੁਣਿਆ ਹੀ ਆਪਾਂ, ਸਰਦਾਰ ਹੇਰਾ ਹੋਣਾ ਦਾ ਤਕਰੀਬਨ ਉਹਨਾਂ ਦਾ ਖਾਸ ਤੌਰ ਦੇ ਉੱਤੇ ਜਿਹੜਾ ਹੈ ਉਹ ਨਾਮ ਲਿਆ ਗਿਆ ਹੈਗਾ। ਸੋ ਇੱਕ ਬੰਦਾ ਜਿਹੜਾ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ, ਸਿੱਖੀ ਵਾਸਤੇ ਜਿਹੜਾ ਹੈ ਉਹ ਯਤਨਸ਼ੀਲ ਹੈਗਾ, ਤੇ ਉਸ ਤੋਂ ਵੀ ਇਹਨਾਂ ਨੂੰ ਕਿਸ ਚੀਜ਼ ਦਾ ਖਤਰਾ ਹੈਗਾ ਕਿ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਜਾਂ ਕਰਨ ਦੇ ਉਹਨਾਂ ਨੇ ਯਤਨ ਕੀਤੇ ਨੇ। ਪਤਾ ਨਹੀਂ ਕਿੰਨੇ ਕੁ ਹੋਰ ਹੋਣਗੇ ਜਿਨ੍ਹਾਂ ਦੇ ਨਾਮ ਹੌਲੀ ਜਿਹੜੇ ਨੇ ਉਹ ਨਸ਼ਰ ਹੋ ਜਾਣਗੇ, ਹੌਲੀ ਨਾਮ ਜਿਹੜੇ ਨੇ ਉਹ ਸਾਹਮਣੇ ਆ ਜਾਣਗੇ। ਆਪਾਂ ਅੰਦਾਜ਼ਾ ਲਗਾ ਲਈਏ ਕਿ ਕਿੱਥੇ ਆ ਉੱਥੇ ਮਨੁੱਖਤਾ ਦੇ ਹੱਕ, ਕਿਤੇ ਦਿਖਦੇ ਨੇ ਮਨੁੱਖਤਾ ਦੇ ਹੱਕ ਸਾਨੂੰ, ਕਿਤੇ ਤੁਹਾਨੂੰ ਸਾਨੂੰ ਉੱਥੇ ਪੰਜਾਬ ਦੇ ਵਿੱਚ ਬੋਲਣ ਦਾ ਹੱਕ ਹੈ, ਫਰੀडम ਆਫ ਸਪੀਚ ਦੀ ਕਿਤੇ ਕੋਈ ਗੱਲ ਤੁਹਾਨੂੰ ਦਿਖਦੀ ਆ, ਕਿਤੇ ਤੁਸੀਂ ਕੋਈ ਆਪਣੀ ਗੱਲ ਵਾਸਤੇ ਆਪਣੀ ਗੱਲ ਰੱਖ ਸਕਦੇ ਹੈਗੇ ਹੋ, ਆਪਣੇ ਹੱਕ ਹਕੂਕ ਮੰਗ ਸਕਦੇ ਹੈਗੇ ਹੋ। ਜਦੋਂ ਤੁਸੀਂ ਹੱਕ ਮੰਗਣ ਦੀ ਗੱਲ ਕਰਦੇ ਹੈਗੇ ਹੋ, ਜਦੋਂ ਤੁਹਾਡੇ 'ਚ ਇਸ ਚੀਜ਼ ਦੀ ਚੇਤਨਾ ਪੈਦਾ ਹੁੰਦੀ ਆ, ਉਦੋਂ ਉਹ ਤੁਹਾਡੇ ਨਾਲ ਸਲੂਕ ਕਿਹੋ ਜਿਹਾ ਕਰਦੇ ਨੇ। ਪਿਛਲੇ ਸਮੇਂ ਦੌਰਾਨ ਮੈਂ ਲਗਾਤਾਰਤਾ ਦੇ ਨਾਲ ਗੱਲ ਕਰਨੀ ਜਿਹੜੀ ਆ ਤੁਹਾਡੇ ਨਾਲ ਜਾਰੀ ਰੱਖੀ ਹੈ ਇਸ ਪੱਖ ਦੇ ਉੱਤੇ ਕਿ ਬਾਰ-ਬਾਰ ਉਹਨਾਂ ਦਾ ਅੱਜ ਵੀ ਇਹ ਕਹਿਣਾ ਹੈਗਾ ਕਿ ਜੇ ਪੰਜਾਬ 'ਚੋਂ ਉਹਨਾਂ ਨੇ ਇਹ ਚੀਜ਼ ਦੀ ਜਿਹੜੀ ਹੈਗੀ ਆ ਉਹ ਆਵਾਜ਼ ਉਠਾਈ, ਜਿਹੜੇ ਕਾਲੇ 3 ਕਾਨੂੰਨ ਜਿਹੜੇ ਨੇ ਖੇਤੀ ਵਾਸਤੇ ਬਣਾਏ ਇਹਨਾਂ ਨੇ,
ਉਹਨਾਂ ਨੇ ਕਿਹਾ ਜੀ ਇਹ ਜਿਹੜਾ ਜਿੰਨਾ ਵੀ ਅੰਦੋਲਨ ਹੈਗਾ ਉਹ ਅੰਦੋਲਨ ਜਿਹੜਾ ਹੈਗਾ ਉਹ ਇਕੱਲੇ ਪੰਜਾਬ ਦਾ ਹੈਗਾ, ਉਹ ਪੰਜਾਬੀਆਂ ਦਾ ਹੈਗਾ, ਬਸ ਉਹ ਪੰਜਾਬ ਦਾ ਹੈਗਾ। ਤੇ ਸਾਡੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹ ਪੰਜਾਬੀਆਂ ਦਾ ਜਿਹੜਾ ਹੈ ਉਹ ਕਿਉਂ ਕਹਿੰਦੇ ਨੇ, ਪੰਜਾਬੀਆਂ ਦਾ ਕਿਉਂ ਕਹਿੰਦੇ ਨੇ। ਉਹਦੇ ਵਿੱਚ ਚਾਹੇ ਬਹੁਤ ਗਿਣਤੀ ਬਹੁਤ ਜਿਹੜੇ ਹੈਗੇ ਨੇ ਉਹ ਜਿਹਨੂੰ ਆਪਾਂ ਕਹਿ ਸਕਦੇ ਹੈਗੇ ਆ ਕਿ ਖੱਬੇ ਪੱਖੀ ਵਾਲੇ ਵੀ ਜਿਹੜੇ ਨੇ ਉਹਨਾਂ ਨੇ ਵੀ ਦਾੜੇ ਪ੍ਰਕਾਸ਼ ਵੀ ਕੀਤੇ ਨੇ, ਕੁਛ ਸਿਰਾਂ ਦੇ ਉੱਤੇ ਦਸਤਾਰਾਂ ਵੀ ਸਜਾਈਆਂ ਨੇ, ਸਿੱਖੀ ਸਰੂਪ ਵਿੱਚ ਲੱਗਦੇ ਨੇ, ਸਿੱਖ ਵੀ ਲੱਗਦੇ ਹੈਗੇ ਨੇ। ਉਹ ਪੰਜਾਬੀ ਜਿਹੜੇ ਨੇ ਉਹ ਵੈਸੇ ਪੰਜਾਬੀ ਕਹਿੰਦੇ ਨੇ, ਅਸਲ ਦੇ ਵਿੱਚ ਉਹ ਸਿੱਧਾ ਸਿੱਧਾ ਇਹ ਗੱਲ ਕਹਿੰਦੇ ਨੇ ਕਿ ਸਾਰਾ ਕੁਝ ਸਿੱਖਾਂ ਦਾ ਜਿਹੜਾ ਹੈਗਾ ਉਹ ਚਲਾਇਆ ਹੋਇਆ ਜਿਹੜਾ ਹੈਗਾ ਅੰਦੋਲਨ ਹੈਗਾ, ਇਹਨੂੰ ਤੁਸੀਂ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਹੀ ਦੇਖੋ। ਹੁਣ ਬੰਦਾ ਉਹਨਾਂ ਨੂੰ ਇਹ ਪੁੱਛੇ ਕਿ ਪੰਜਾਬ ਪਾਕਿਸਤਾਨ ਦੇ ਵਿੱਚ ਪੈਂਦਾ, ਇਹ ਮਤਲਬ ਜਿਹੜਾ ਉਹਨਾਂ ਦਾ ਪਾਕਿਸਤਾਨ ਦਾ ਪੰਜਾਬ ਤੇ ਹੈਗਾ ਜਿਹੜਾ ਬਾਕੀ ਇਹ ਪੰਜਾਬ ਜਿਹੜਾ ਬਾਕੀ ਜਿਹੜੇ ਇਲਾਕੇ ਲੱਗਦੇ ਨੇ ਸ਼ੰਭੂ ਤੱਕ, ਉਹ ਸਾਰਾ ਉਹ ਵੀ ਪਾਕਿਸਤਾਨ ਦਾ ਹਿੱਸਾ, ਚੀਨ ਦਾ ਹਿੱਸਾ, ਅਫਗਾਨਿਸਤਾਨ ਦਾ ਹਿੱਸਾ, ਜਾਂ ਕਿਸੇ ਸ਼੍ਰੀਲੰਕਾ ਦਾ ਹਿੱਸਾ, ਜਾਂ ਕਿਸੇ ਹੋਰ ਦਾ ਹਿੱਸਾ ਹੈਗਾ, ਜਾਂ ਕਿਸੇ ਹੋਰ ਹੀ ਜਿਹੜਾ ਹੈ ਉਹ ਜਿਹੜਾ ਪਾਰਟ ਹੈਗਾ। ਜਾਂ ਤਾਂ ਫਿਰ ਇਹ ਤੁਸੀਂ ਮੰਨ ਲਓ ਨਾ, ਜਾਂ ਇਹ ਚੀਜ਼ ਨੂੰ ਤੁਸੀਂ ਡਿਕਲੇਅਰ ਕਰ ਦਿਓ ਕਿ ਜਿਹੜਾ ਪੰਜਾਬ ਹੈਗਾ ਉਹ ਤਾਂ ਸਾਡੇ, ਵੈਸੇ ਤਾਂ ਉਹ ਮੰਨਦੇ ਹੀ ਨੇ, ਲੇਕਿਨ ਸਾਡੇ ਲੋਕਾਂ ਨੂੰ ਹਾਲੇ ਤੱਕ ਜਿਹੜੀ ਆ ਉਹ ਸਮਝ ਨਹੀਂ ਹੈਗੀ। ਇਸ ਕਰਕੇ ਅਸੀਂ ਹੁਣ ਤੱਕ ਜਿਹੜਾ ਧੋਖਾ ਖਾ ਰਹੇ ਹੈਗੇ ਆ। ਉਹ ਤਾਂ ਦਿਨੋਂ ਦਿਨ ਰੋਜ਼ ਇਹ ਗੱਲ ਕਹਿੰਦੇ ਨੇ ਕਿ ਪੰਜਾਬੀਆਂ ਦਾ ਇਹ ਜੋ ਵੀ ਸੰਘਰਸ਼ ਜਿਹੜਾ ਚਲਾਇਆ ਹੋਇਆ ਪੰਜਾਬੀਆਂ ਦਾ ਚਲਾਇਆ ਹੋਇਆ, ਇਹ ਪੰਜਾਬ ਦੇ ਲੋਕ ਹੀ ਉੱਠ ਕੇ ਜਿਹੜੇ ਨੇ ਆ ਗਏ ਨੇ। ਹੁਣ ਤੇ ਉਹ ਜਿੱਥੋਂ ਤੱਕ ਉਹਨਾਂ ਦਾ ਵਸ ਚੱਲਦਾ ਹੈਗਾ, ਜਿੱਥੋਂ ਤੱਕ ਉਹ ਕਹਿ ਸਕਦੇ ਹੈਗੇ ਨੇ, ਉਹੋ ਜਿਹੇ ਆਪ ਸ਼ਬਦ ਜਿਹੜੇ ਨੇ ਉਹ ਬੋਲਦੇ ਨੇ ਕਿ ਤੁਸੀਂ ਲੜਾਕੇ ਵੀ ਹੋ, ਤੁਸੀਂ ਅੱਤਵਾਦੀ ਵੀ ਹੋ, ਤੁਸੀਂ ਵੱਖਵਾਦੀ ਵੀ ਹੋ, ਤੁਸੀਂ ਬਹੁਤ ਕੁਛ ਹੋ। ਸੋ ਸਾਨੂੰ ਇਹ ਗੱਲ ਜਿਹੜੀ ਆ ਉਹ ਕਦ ਸਮਝ ਜਿਹੜੀ ਆ ਉਹ ਆਏਗੀ। ਸੋ ਉੱਥੇ ਜਦ ਡੈਮੋਕ੍ਰੇਸੀ ਦਾ ਨਾਮ ਨਿਸ਼ਾਨ ਸਾਨੂੰ ਨਹੀਂ ਦਿਖਦਾ ਹੈਗਾ, ਸਾਡੀ ਭਵਿੱਖ ਦੀ ਵਿਉਂਤਬੰਦੀ ਕੀ ਹੈਗੀ ਆ, ਅਸੀਂ ਕੀ ਸੋਚਦੇ ਹੈਗੇ ਆ, ਕੀ ਅਸੀਂ 74 ਸਾਲਾਂ ਦੀ ਤਰ੍ਹਾਂ ਹਾਲੇ ਵੀ ਆਉਣ ਵਾਲੇ ਸਮੇਂ 'ਚ ਆਪਣੀਆਂ ਜਨਰੇਸ਼ਨਾਂ ਨੂੰ ਜਿਹੜਾ ਹੈ ਪਿੰਜਰੇ 'ਚ ਪਾ ਕੇ ਜਾਣਾ ਚਾਹੁੰਦੇ ਆ, ਉਹਨਾਂ ਨੂੰ ਬਿਲਕੁਲ ਗੁਲਾਮੀ ਦੀ ਉਸ ਹਾਲਤ ਵਿੱਚ ਛੱਡ ਕੇ ਜਾਣਾ ਚਾਹੁੰਦੇ ਆ ਜਿੱਥੇ ਉਹਨਾਂ ਨੂੰ ਕੋਈ ਚੇਤਨਤਾ ਹੀ ਨਾ ਆਵੇ, ਉਹਨਾਂ ਨੂੰ ਇਦਾਂ ਹੀ ਲੱਗੇ ਕਿ ਸਾਡੇ ਪੁਰਖੇ ਵੀ ਇਦਾਂ ਹੀ ਸ਼ਾਇਦ ਰਹਿੰਦੇ ਸੀਗੇ, ਜਾਂ ਉਹਨਾਂ ਦੇ ਮਨ ਦੇ ਵਿੱਚ ਕਦੀ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਆਇਆ ਹੋਏਗਾ ਕਿ ਕੀ ਸਾਡੇ ਪੁਰਖੇ ਜਿਹੜੇ ਨੇ ਉਹ ਇਸ ਤਰ੍ਹਾਂ ਦਾ ਜੀਵਨ ਹੀ ਜਿਹੜਾ ਸੀਗਾ, ਉਹਨਾਂ ਦਾ ਜੀਵਨ ਪੱਧਰ ਇਸ ਤਰ੍ਹਾਂ ਦਾ ਹੀ ਸੀਗਾ। ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੁਝ ਇਹੋ ਜਿਹਾ ਚੇਤਨਤਾ ਵਾਲੀ ਜਿਹੜੀ ਹੈ ਉਹ ਗੱਲ ਜਿਹੜੀ ਆ ਉਹ ਚੰਗਾਰੀ ਨਾ ਲਾ ਕੇ ਗਏ, ਉਹਨਾਂ ਨੂੰ ਕੋਈ ਮਾਹੌਲ ਇਹੋ ਜਿਹਾ ਨਾ ਸਿਰਜ ਕੇ ਗਏ, ਜਾਂ ਇਹੋ ਜਿਹੇ ਵਾਸਤੇ ਅਸੀਂ ਯਤਨ ਨਾ ਕੀਤੇ, ਤਾਂ ਫਿਰ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਦਾ ਜੀਵਨ ਪੱਧਰ ਅਸੀਂ ਲਾ ਕੇ ਚੱਲੀਏ ਕਿ ਕਿੱਦਾਂ ਦਾ ਹੋਏਗਾ। ਤੇ ਇਹ ਲੋਕ ਤਾਂ ਪਹਿਲਾਂ ਹੀ ਜਿਹੜਾ ਨੇ ਉਹ ਬਿਲਕੁਲ ਅਲੱਗ ਤਲੱਗ ਜਿਹੜਾ ਉਹ ਸਮਝਦੇ ਨੇ। ਉਹ ਤਾਂ ਪੰਜਾਬ ਨੂੰ ਇਸ ਤਰ੍ਹਾਂ ਦੇ ਨਾਲ ਟਰੀਟ ਕਰਦੇ ਨੇ ਕਿ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਲੋਕ ਰਹਿੰਦੇ ਨੇ ਉਹਨਾਂ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਦੇਸ਼ ਦੇ ਜਿਹੜੇ ਬਾਕੀ ਹਿੱਸੇ ਨੇ ਉਹਨਾਂ ਤੋਂ ਵਧੀਆ ਤਰੀਕੇ ਦੇ ਨਾਲ ਮੂਰਖ ਬਣਾਇਆ ਜਾ ਸਕਦਾ ਹੈਗਾ। ਤੇ ਮੂਰਖਤਾ ਦੀ ਵੀ ਕੋਈ ਜਿਹੜੀ ਆ ਉਹ ਹੱਦ ਜਿਹੜੀ ਆ ਹੁਣ ਤੱਕ ਨਹੀਂ ਹੈਗੀ। ਹਾਂ, ਕੁਝ ਚੇਤਨ ਲੋਕ, ਜਿਹੜੇ ਲੋਕ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਨੇ, ਉਹ ਇਸ ਚੀਜ਼ ਦਾ ਅਹਿਸਾਸ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਇੱਕ ਚੀਜ਼ ਨੂੰ ਜਿਸ ਦਾ ਨਾਮ ਇਹਨਾਂ ਨੇ ਡੈਮੋਕ੍ਰੇਸੀ, ਜਾਂ ਜਿਹੜੇ ਸਾਡੇ ਪੋਲੀਟੀਕਲ ਸਟਰਕਚਰ ਆ, ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਜਾਂ ਪੋਲੀਟੀਕਲ ਜਿਹੜੇ ਚਿਹਰੇ ਨੇ, ਜਾਂ ਪੋਲੀਟੀਕਲ ਜਿਹੜੇ ਫੇਸਸ ਨੇ ਜਿਨ੍ਹਾਂ ਪਿੱਛੇ ਲੋਕ ਲੜਦੇ ਨੇ, ਮਰਦੇ ਨੇ, ਪਿੰਡਾਂ ਦੇ ਵਿੱਚ ਇੱਕ ਦੂਜੇ ਦੀ ਵੱਢ ਟੁੱਕ ਕਰਦੇ ਨੇ, ਇੱਕ ਦੂਸਰੇ ਨੂੰ ਗਾਲੀ ਗਲੋਚ ਕਰਦੇ ਨੇ, ਇੱਕ ਦੂਸਰੇ ਨੂੰ ਥੱਲੇ ਸਿੱਟਣ ਦੀ ਗੱਲ ਕਰਦੇ ਨੇ, ਜਿਹੜਾ ਇਹ ਪੋਲੀਟੀਕਲ ਸਟਰਕਚਰ ਜਿਹੜਾ ਬਣਦਾ ਜਾ ਰਿਹਾ ਪਿਛਲੇ ਸਮੇਂ ਦੇ ਦੌਰਾਨ, ਤੇ ਕੁਝ ਚੇਤਨ ਲੋਕ ਜਿਹੜੇ ਲੋਕ ਨੇ ਜਿਨ੍ਹਾਂ ਦੀ ਇੰਨੀ ਅਵੇਅਰਨੈਸ ਨਹੀਂ, ਪਰ ਲੇਕਿਨ ਕੁਝ % ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਜ਼ਰੂਰ ਆਈ ਆ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਇਹ ਸਾਨੂੰ ਹੁਣ ਧੋਖਾ ਹੀ ਦੇ ਰਹੀਆਂ ਨੇ ਤੇ ਦਿੰਦੀਆਂ ਆ ਰਹੀਆਂ ਨੇ। ਕਿਉਂਕਿ ਅਸੀਂ ਇੱਕ ਗੱਲ ਬੜੀ ਸਪਸ਼ਟ, ਬਹੁਤ ਸਾਰੇ ਪਲੇਟਫਾਰਮਾਂ ਤੋਂ ਤੁਸੀਂ ਇੱਕ ਗੱਲ ਸੁਣਦੇ ਹੋਗੇ ਕਿ ਇੱਕ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈਗਾ ਕਿ ਜਿਹੜੀ ਪਾਰਟੀ ਕੋ ਆਪਣੀ ਮੈਨੀਫੈਸਟੋ ਦੇ ਵਿੱਚ ਜੋ ਵੀ ਚੀਜ਼ਾਂ ਲਿਖਦੀ ਆ ਉਹਦੇ ਵਾਸਤੇ ਕਾਨੂੰਨ ਬਣਨਾ ਚਾਹੀਦਾ। ਬੜੀ ਕਈ ਵਾਰੀ ਹਾਸੋਹੀਣੀ ਗੱਲ ਇਹ ਹੋ ਜਾਂਦੀ ਹੈ ਕਿ ਕਾਨੂੰਨ ਬਣਾਉਣਾ ਕਿੰਨਾ ਨੇ ਆ, ਉਹੀ ਪਾਰਟੀਆਂ ਦੇ ਲੋਕ, ਉਹੀ ਪੋਲੀਟੀਕਲ ਸਟਰਕਚਰ, ਉਹੀ ਲੋਕਾਂ ਨੇ ਆਪਣੇ ਹੱਥ ਵੱਢ ਕੇ ਕਿੱਦਾਂ ਦੇ ਦੇਣੇ ਨੇ, ਇਹ ਬੜਾ ਵੱਡਾ ਸਵਾਲ ਪੈਦਾ ਹੁੰਦਾ। ਉਹ ਕਦੀ ਵੀ ਨਹੀਂ ਹੱਥ ਵੱਢ ਕੇ ਤੁਹਾਨੂੰ ਦੇਣਗੇ, ਉਹ ਸਾਰੇ ਇੱਕੋ ਮਿੱਕੋ ਨੇ ਉੱਪਰਲੀ ਸਾਈਡ ਦੇ ਉੱਪਰੋਂ
ਕਦੀ ਸੱਤਾ ਕਿਸੇ ਦੇ ਹੱਥ ਵਿੱਚ ਆ ਗਈ ਤੇ ਕਦੀ ਸੱਤਾ ਕਿਸ ਦੇ ਹੱਥ ਵਿੱਚ ਆ ਗਈ। ਤੇ ਮਨੁੱਖ ਜਿਹੜਾ ਹੈਗਾ ਉਹ ਬਹੁਤ ਗਿਣਤੀ ਦੇ ਵਿੱਚ ਇਹ ਸਮਝੀ ਜਾ ਰਿਹਾ ਹੈਗਾ ਕਿ ਇਸ ਵਾਰੀ ਇਸ ਨੂੰ ਅਜਮਾ ਲਓ, ਦੂਸਰੀ ਵਾਰੀ ਉਸ ਨੂੰ ਅਜਮਾ ਕੇ ਦੇਖ ਲਓ, ਇੱਕ ਵਾਰੀ ਫਿਰ ਕੋਈ ਹੋਰ ਖੁੰਬਾਂ ਵਾਂਗੂ ਉੱਠ ਖੜਦਾ ਹੈਗਾ। ਸੋ ਅਸੀਂ ਕਿੱਥੇ ਖੜੇ ਆ? ਅਸੀਂ ਸਪੈਸ਼ਲੀ ਜਿਹੜੇ ਨੇ, ਮੈਂ ਖਾਸ ਤੌਰ ਦੇ ਉੱਤੇ ਪੰਜਾਬ ਨੂੰ ਜਿਹੜਾ ਕੇਂਦਰ ਬਿੰਦੂ ਰੱਖ ਕੇ ਗੱਲਬਾਤ ਕਰਦਾ ਹਾਂ, ਅਸੀਂ ਕਿੱਥੇ ਖੜੇ ਆ? ਸਾਡੀ ਸੋਚ ਕੀ ਆ? ਸਾਡੀ ਕੋਈ ਭਵਿੱਖ ਦੀ ਵਿਉਂਤਬੰਦੀ ਹੈ? ਅਸੀਂ ਸਭ ਕੁਝ ਤਾਂ ਗਵਾ ਬੈਠੇ ਹੈਗੇ ਆ। ਇਸ ਸਾਰੇ ਦੇਸ਼ ਦਾ ਢਿੱਡ ਭਰਨ ਵਾਸਤੇ ਪੰਜਾਬ ਨੇ ਆਪਣੀ ਜ਼ਮੀਨ ਬੰਜਰ ਕਰ ਲਈ, ਪਾਣੀ ਸਾਡਾ ਖੋਹ ਕੇ ਲੈ ਗਏ, ਸਾਡਾ ਜਿਹੜਾ ਕੋਈ ਕਲਚਰ ਜਿਹੜਾ ਸੀਗਾ ਉਹ ਵੀ ਸਾਨੂੰ ਉਸ ਪੱਖ ਤੋਂ ਵੀ ਤਬਾਹ ਕਰ ਦਿੱਤਾ ਹੈਗਾ। ਸਾਨੂੰ ਕੋਈ ਸਾਡੇ ਤੇ ਆਫਤ ਆ ਜਾਵੇ, ਕੁਛ ਆ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈਗਾ। ਹੋਰ ਇਸ ਤੋਂ ਵੱਧ ਪੰਜਾਬੀ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ ਅਸੀਂ ਲੋਕ ਕਿ ਸਾਨੂੰ ਇਹ ਹੋਰ ਕਿੰਨਾ ਕੁ ਸਾਨੂੰ ਨਮੋਸ਼ੀ ਦੇ ਵੱਲ ਹੋਰ ਸਿੱਟਣ ਕਿ ਅਸੀਂ ਆਪਣੀ ਜ਼ਮੀਰ ਨੂੰ ਜਾਗਦਾ ਕਰੀਏ। ਕਿੱਥੇ ਕਿਤੇ ਜਾ ਕੇ ਆਪਾਂ ਜਿਹੜਾ ਹੈ ਉਹ ਖੜਾਂਗੇ? ਕਿੱਥੇ ਕਿਤੇ ਜਾ ਕੇ ਸਾਨੂੰ ਹੋਰ ਇਹ ਸੱਟ ਮਾਰਨ ਤੇ ਸਾਡਾ ਕੁਛ ਅੰਦਰ ਦਾ ਜਿਹੜਾ ਹੈਗਾ ਹਿਰਦਾ ਜਿਹੜਾ ਉਹ ਜਾਗੇ? ਕਿੰਨਾ ਕੁ ਅਸੀਂ ਹੋਰ ਸਹਿਣ ਕਰ ਲਵਾਂਗੇ? ਪ੍ਰਵਾਸ ਇੱਕ ਬਹੁਤ ਵੱਡਾ ਮੁੱਦਾ ਆਣ ਕੇ ਬਣਿਆ। ਇਹ ਠੀਕ ਆ ਕਿ ਪ੍ਰਵਾਸ ਹਜ਼ਾਰਾਂ ਸਾਲਾਂ ਤੋਂ, 100 ਸਾਲਾਂ ਤੋਂ ਹੁੰਦਾ ਆ ਰਿਹਾ ਹੈਗਾ, ਮਨੁੱਖ ਹਮੇਸ਼ਾ ਹੀ ਪ੍ਰਵਾਸ ਕਰਦਾ ਆਇਆ। ਲੇਕਿਨ ਪ੍ਰਵਾਸ ਕਰਨਾ, ਇੱਕ ਆਪਣੇ ਮਨ ਦੇ ਨਾਲ ਪ੍ਰਵਾਸ ਕਰਨਾ ਤੇ ਇੱਕ ਧੱਕੇ ਦੇ ਨਾਲ ਪ੍ਰਵਾਸ ਕਰਨਾ, ਇੱਕ ਨਾ ਚਾਹੁੰਦਿਆਂ ਹੋਇਆ ਪ੍ਰਵਾਸ ਕਰਨਾ, ਉਹ ਹਮੇਸ਼ਾ ਤਕਲੀਫਦੇਹ ਹੁੰਦਾ ਹੈਗਾ। ਤੇ ਜਿਹੜੇ ਅਸੀਂ ਲੋਕ ਬਾਹਰ ਵੀ ਆ ਕੇ ਲੋਕ ਬੈਠ ਕੇ ਨੇ, ਉਹ ਕਿਉਂ ਫਿਜ਼ੀਕਲ ਤੌਰ ਦੇ ਉੱਤੇ ਚਾਹੇ ਇੱਥੇ ਪ੍ਰੈਜੈਂਟ ਨੇ, ਉਹ ਮੈਂਟਲੀ ਕਿਉਂ ਉੱਥੇ ਨੇ? ਕਿਉਂਕਿ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ। ਪ੍ਰਵਾਸ ਅਗਰ ਹੁੰਦਾ ਵੀ ਆ ਤੇ ਆਪਣੀ ਮਨਮਰਜ਼ੀ ਨਾਲ ਜਿਹੜਾ ਪ੍ਰਵਾਸ ਹੁੰਦਾ ਉਹਦੀ ਕੋਈ ਪਿੱਛੇ ਖਿੱਚ ਹੁੰਦੀ ਹੈਗੀ ਆ। ਤੇ ਬਹੁਤ ਕੁਝ ਪਿੱਛੇ ਜਿਹੜਾ ਹੈ ਤੁਸੀਂ ਦੇਖਿਆ ਹੋਣਾ, ਪੋਲੀਟੀਕਲ ਬੰਦਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਹੈਗੀ। ਜਿਹੜਾ ਇਹ ਟਾਈਮ ਪਿੱਛੇ ਹੁਣ ਬੀਤ ਰਿਹਾ ਤੇ ਬੀਤ ਗਿਆ, ਤੇ ਜਿਹੜਾ ਬੀਤ ਰਿਹਾ ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ, ਇਹਦੇ ਵਿੱਚ ਸਾਡੇ ਰਿਸ਼ਤੇ ਵੀ ਲਗਾਤਾਰਤਾ ਦੇ ਨਾਲ ਟੁੱਟ ਰਹੇ ਨੇ। ਲੋਕਾਂ ਨੂੰ ਅਗਰ ਸਖਾਵਾਂ ਮਾਹੌਲ ਉੱਥੇ ਜਾ ਕੇ ਆਪਣੇ ਖਿੱਤੇ ਦੇ ਵਿੱਚ ਹੀ ਨਹੀਂ ਮਿਲੇਗਾ ਜਿੱਥੇ ਲੋਕ ਪਲੇ ਨੇ, ਖੇਡੇ ਨੇ, ਉਹ ਆਪ ਹੀ ਉੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ ਤਾਂ ਉਹ ਆਪਣੀਆਂ ਜਿਹੜੀਆਂ ਅਗਲੀਆਂ ਜਨਰੇਸ਼ਨਾਂ ਨੂੰ ਕਿਵੇਂ ਉੱਥੇ ਖਿੱਚ ਕੇ ਲਿਜਾਣਗੇ? ਇਹ ਬੜਾ ਵੱਡਾ ਸਵਾਲ ਪੈਦਾ ਹੁੰਦਾ। ਤੇ ਇੱਕ ਗੱਲ ਪੰਜਾਬੀਓ ਉੱਥੇ ਬੈਠੇ ਯਾਦ ਰੱਖਿਓ, ਜੇ ਕਿਤੇ ਇਹ ਚੀਜ਼ ਲਗਾਤਾਰਤਾ ਦੇ ਨਾਲ ਹੁੰਦੀ ਗਈ ਨਾ, ਤੇ ਅੱਜ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਕਿਸੇ ਦੀ ਜ਼ਮੀਨ ਹੜੱਪ ਲਈਏ ਤਾਂ ਉਹ ਤਾਂ ਬਾਹਰ ਚਲਾ ਗਿਆ ਤੇ ਅਸੀਂ ਉਹਦੇ ਨਾਲ ਕੋਈ ਰਿਸ਼ਤਾ ਨਾਤਾ ਨਾ ਰੱਖੀਏ, ਸਾਡਾ ਤੇ ਸਰ ਜੂਗਾ। ਤੇ ਇੱਕ ਗੱਲ ਯਾਦ ਰੱਖਿਓ, ਜਿਹੜੇ ਆਉਣ ਵਾਲੇ ਹਾਲਾਤ ਤੁਹਾਡੇ ਪੈਦਾ ਹੋਣੇ ਨੇ ਨਾ, ਉਹਨਾਂ ਨੂੰ ਬਚਾਉਣ ਵਾਲਾ ਵੀ ਕੋਈ ਨਹੀਂ ਬਚੇਗਾ। ਇੱਕ ਗੱਲ ਹਮੇਸ਼ਾ ਆਪਣੇ ਯਾਦ ਵਿੱਚ ਰੱਖਿਓ, ਖਾਸ ਤੌਰ ਦੇ ਉੱਤੇ 5 ਮਿਲੀਅਨ ਤੋਂ ਉੱਤੇ ਬੈਠਾ ਸਿੱਖ ਡਾਇਸਪੋਰਾ ਤਾਂ ਕਮ ਸੇ ਕਮ ਇਹ ਚੀਜ਼ ਮਹਿਸੂਸ ਕਰਦਾ ਜਾਂ ਉਹ ਯਤਨਸ਼ੀਲ ਰਹਿੰਦਾ ਹੈਗਾ ਕਿ ਅਗਰ ਪੰਜਾਬ ਦੇ ਵਿੱਚ ਕਿਸੇ ਵੀ ਟਾਈਮ ਦੇ ਉੱਤੇ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਆ ਤੇ ਉਹ ਖੜਦਾ। ਤੇ ਸਰਕਾਰ ਚਾਹੇ ਉਹ ਤੁਹਾਡੇ ਖਿੱਤੇ ਦੀ ਆ ਜਾਂ ਸੈਂਟਰ ਦੇ ਵਿੱਚ ਬੈਠੀ ਹੈਗੀ ਆ, ਉਹਦਾ ਲਗਾਤਾਰ ਦੇ ਨਾਲ ਯਤਨ ਇਹ ਨੇ ਕਿ ਇਹਨਾਂ ਨੂੰ ਆਪਸ ਵਿੱਚ ਤੋੜ ਦਿੱਤਾ ਜਾਵੇ। ਆ ਕਰੋਨਾ ਦੇ ਦੌਰਾਨ ਕਿੱਡੇ ਵੱਡੇ ਰੂਪ ਦੇ ਵਿੱਚ ਜਿਹੜਾ ਹੈ ਉਹ ਕਰੋਨਾ ਬੰਬ ਕਹਿ ਕੇ ਪੁਕਾਰਿਆ ਗਿਆ। ਕਿੰਨੀ ਜਿਹੜੀ ਹੈ ਉਹ ਬਾਹਰੋਂ ਗਏ ਲੋਕਾਂ ਦੀ ਜਿਹੜੀ ਦੁਰਦਸ਼ਾ ਜਿਹੜੀ ਆ, ਉਹ ਆਪਣੇ ਹੀ ਲੋਕਾਂ ਨੇ ਤੇ ਆਪਣੇ ਹੀ ਲੋਕਾਂ ਦੀ ਉੱਥੇ ਜਿਹੜੀ ਬਣਾਈ ਹੋਈ ਜਿਹੜੀ ਫੋਰਸ ਆ, ਚਾਹੇ ਉਹ ਪੁਲਿਸ ਦੇ ਰੂਪ ਦੇ ਵਿੱਚ ਆ ਜਾਂ ਬਾਕੀ ਲੋਕ ਨੇ ਜਾਂ ਪੋਲੀਟੀਕਲ ਬੰਦੇ ਨੇ, ਉਹਨਾਂ ਨੇ ਵੀ ਲਗਾਤਾਰਤਾ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਵਿਰੋਧਤਾ ਕੀਤੀ। ਤੇ ਉੱਥੋਂ ਸਿਰਫ ਇੱਕ ਸ਼ਰਮ ਹੀ ਆਉਂਦੀ ਸੀ ਕਿ ਕਮ ਸੇ ਕਮ ਕੁਛ ਲੋਕ ਹੀ ਇਸ ਚੀਜ਼ ਨੂੰ ਜਿਹੜਾ ਹੈ ਉਹ ਠੱਲ ਪਾਉਣ, ਬੋਲਣ। ਮੀਡੀਆ ਨੇ ਕੋਈ ਕਸਰ ਨਹੀਂ ਛੱਡੀ, ਉਹਨਾਂ ਨੇ ਜੋ ਉਹਨਾਂ ਕੋਲ ਬਣਿਆ ਉਹਨਾਂ ਨੇ ਉਹ ਕੀਤਾ। ਤੇ ਅੱਜ ਫਿਰ ਜਦੋਂ ਕਦੀ ਜਿਹੜਾ ਨਾਮ ਚਮਕਿਆ ਬਾਹਰਲੀ ਸਾਈਡ ਤੇ ਫਿਰ ਇਹਨਾਂ ਨੇ ਆ ਕੇ WHO ਕੋਲ ਰੌਲਾ ਪਾਇਆ ਕਿ ਸਾਡਾ ਨਾਂ ਜਿਹੜਾ ਉਹ ਨਾਂ ਭਾਰਤ ਦਾ ਲਿਆ ਜਾਵੇ, ਕਿਉਂਕਿ ਜਿਹੜਾ ਭਾਰਤ ਤੋਂ ਚੱਲਿਆ ਹੋਇਆ, ਜਿਹਦਾ ਨਾਂ ਅੱਜ ਡੈਲਟਾ ਵਾਇਰਸ ਜਿਹੜਾ
ਉਹ ਇੰਡੀਆ ਤੋਂ ਚੱਲ ਕੇ ਤੇ ਲੋਕਾਂ ਦੇ ਵਿੱਚ ਫੈਲ ਰਿਹਾ, ਉਦੋਂ ਇਹਨਾਂ ਨੂੰ ਬੜੀ ਵੱਡੀ ਤਕਲੀਫ ਆਈ। ਤੇ ਜਦੋਂ ਸਾਡੇ NRIs ਨੂੰ, ਜਿਹੜੇ ਬਾਹਰ ਬੈਠੇ ਲੋਕ ਨੇ, ਬਾਹਰ ਬੈਠੇ ਪਛਿੰਦੇ ਨੇ, ਉਹ ਪੰਜਾਬ ਵਿੱਚ ਗਏ ਜਾਂ ਪੰਜਾਬ ਵਿੱਚ ਉਹਨੂੰ ਪਹਿਲਾਂ ਹੀ ਮੌਜੂਦ ਸੀਗੇ, ਉਹਨਾਂ ਨੂੰ ਕਿੱਦਾਂ ਦੇ ਨਾਲ ਅਣੂ ਬੰਬ ਤੱਕ ਕਹਿ ਕੇ ਉਹਨਾਂ ਨੂੰ ਪੁਕਾਰਿਆ ਗਿਆ। ਤੇ ਮਾਫ ਕਰਨਾ, ਕਿਸੇ ਪੋਲੀਟੀਕਲ ਬੰਦੇ ਨੇ, ਕਿਸੇ ਇੱਕ ਸੰਸਥਾ ਨੇ ਇਸ ਗੱਲ ਦਾ ਪੂਰਨ ਤੌਰ ਦੇ ਉੱਤੇ ਵੱਡੇ ਰੂਪ ਦੇ ਵਿੱਚ ਕੋਈ ਵੀ ਯਤਨ ਵੀ ਨਹੀਂ ਕੀਤਾ ਤੇ ਕੋਈ ਕਿਸੇ ਕਿਸਮ ਦਾ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਵੀ ਭਾਈ ਇਹ ਸਾਡੇ ਭੈਣ ਭਰਾ ਨੇ, ਇਹ ਖੜਦੇ ਨੇ ਸਾਡੇ ਨਾਲ ਹਮੇਸ਼ਾ ਆ ਕੇ। ਸੋ ਇਹ ਗੱਲ ਵੀ ਸਾਨੂੰ ਸਾਡੇ ਰਿਸ਼ਤਿਆਂ ਨੂੰ ਤੋੜਨ ਦੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲਗਾਤਾਰਤਾ ਦੇ ਨਾਲ, ਤੇ ਇਹਨਾਂ ਵੱਲ ਵੀ ਸਾਡਾ ਜਿਹੜਾ ਹੈ ਉਹ ਖਿਆਲ ਨਹੀਂ ਜਾ ਰਿਹਾ। ਇਹ ਵੀ ਇੱਕ ਸਾਡੇ ਹੋਂਦ ਦਾ ਜਿਹੜਾ ਹੈ ਉਹ ਕਾਰਨ ਬਣੇਗਾ ਅਗਰ ਅਸੀਂ ਆਪਣੇ ਰਿਸ਼ਤੇ, ਆਪਣੇ ਬਾਹਰ ਗਏ ਹੋਏ ਭੈਣ ਭਰਾ, ਬਾਹਰ ਗਏ ਹੋਏ ਰਿਸ਼ਤੇਦਾਰ, ਬਾਹਰ ਗਏ ਹੋਏ ਜਿਹੜੇ ਸਾਡੇ ਸਕੇ ਸੰਬੰਧੀ ਨੇ, ਉਹਨਾਂ ਨੂੰ ਅਸੀਂ ਸਾਂਭ ਨਾ ਸਕੇ। ਇਹ ਸਾਡੀ ਆਰਥਿਕਤਾ ਦੇ ਨਾਲ ਵੀ ਜੁੜਿਆ ਹੋਇਆ, ਇਹ ਸਾਡੇ ਰਿਸ਼ਤਿਆਂ ਦੇ ਨਾਲ ਵੀ ਜੁੜਿਆ ਹੋਇਆ, ਇਹ ਸਾਡੇ ਰਿਲੀਜੀਅਸ ਪੱਖ ਜਿਹੜਾ ਹੈਗਾ, ਧਾਰਮਿਕ ਪੱਖ, ਉਸ ਚੀਜ਼ ਦੇ ਨਾਲ ਵੀ ਜੁੜਿਆ ਹੋਇਆ ਹੈਗਾ। ਤੇ ਬੜੇ ਵੱਡੇ ਰੂਪ ਦੇ ਵਿੱਚ ਇਹ ਚੀਜ਼ ਜਿਹੜੀ ਸਾਹਮਣੇ ਆਉਂਦੀ ਆ ਕਿ ਆਰਥਿਕ ਪੱਖ ਵੀ ਇੱਕ ਬਹੁਤ ਵੱਡਾ ਕਾਰਨ ਬਣਦਾ ਕਿਸੇ ਖਿੱਤੇ ਦੀ ਜਿਹੜੀ ਹੈ, ਜਦੋਂ ਉਹ ਜਿਹੜਾ ਹੈ ਉਹ ਥੱਲੇ ਨੂੰ ਜਾਂਦਾ ਹੈਗਾ, ਤੇ ਆਰਥਿਕ ਪੱਖ ਹਮੇਸ਼ਾ ਹੀ ਜਿਹੜਾ ਹੈ ਉਸ ਖਿੱਤੇ ਦੀ ਬਰਬਾਦੀ ਦਾ ਕਾਰਨ ਬਣਦਾ ਹੈਗਾ। ਸੋ ਜੋ ਉੱਥੇ ਐਡਾ ਅਸੀਂ ਦੇਖ ਰਹੇ ਹੈਗੇ ਆ, ਮਾਹੌਲ ਜਿੱਦਾਂ ਦਾ ਸਿਰਜਿਆ ਜਾ ਰਿਹਾ ਹੈਗਾ ਕਿ ਇਹਨਾਂ ਨੂੰ ਤੋੜ ਦਿੱਤਾ ਜਾਵੇ, ਇਹਨਾਂ ਦਾ ਮੋਹ ਭੰਗ ਕਰ ਦਿੱਤਾ ਜਾਵੇ। ਵੱਧ ਤੋਂ ਵੱਧ ਜਿਹੜੀ ਸੈਂਟਰ ਦੀ ਸਰਕਾਰ ਦੀ ਜਿਹੜੀ ਕੋਸ਼ਿਸ਼ ਹੈ, ਸਟੇਟ ਦੀ ਜਿਹੜੀ ਕੋਸ਼ਿਸ਼ ਹੈਗੀ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਡਰਾਇਆ ਜਾਵੇ, ਇਦਾਂ ਦੇ ਨਾਲ ਧਮਕਾਇਆ ਜਾਵੇ, ਇਦਾਂ ਅਣਸਖਾਵਾ ਮਾਹੌਲ ਬਣਾਇਆ ਜਾਵੇ ਕਿ ਇਹ ਪੰਜਾਬ ਵੱਲ ਨੂੰ ਗਏ ਹੋਏ ਮੂੰਹ ਹੀ ਨਾ ਕਰਨ। ਤੇ ਜਦੋਂ ਕਿਸੇ ਬੰਦੇ ਦਾ ਮੋਹ ਹੀ ਭੰਗ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋਗੇ ਤੇ ਬਾਕੀ ਜਿਹੜੇ ਲੋਕ ਨੇ ਉਹ ਵੀ ਚੁੱਪ ਹੋਣ, ਤੇ ਫਿਰ ਅਸੀਂ ਮਹਿਸੂਸ ਕਰ ਸਕਦੇ ਹੈਗੇ ਆ ਵੀ ਸਾਡਾ ਜਿਹੜਾ ਖਿੱਤਾ ਉਹਨੂੰ ਬਚਾਉਣ ਵਾਲਾ ਕੌਣ ਹੋਏਗਾ। ਅੱਜ ਤੇ ਇੱਕ ਜਨਰੇਸ਼ਨ, ਇੱਕ ਪੀੜ੍ਹੀ ਜਿਹੜੀ ਆ ਉਹ ਖੜੀ ਰੋਜ਼ ਗੱਲਾਂ ਕਰਦੀ ਆ ਪੰਜਾਬ ਬਾਰੇ, ਪੰਜਾਬੀਅਤ ਬਾਰੇ, ਆਪਣੇ ਸਾਡੇ ਕਲਚਰ ਬਾਰੇ, ਹਰ ਚੀਜ਼ ਬਾਰੇ ਉਹ ਚੀਜ਼ ਜਿਹੜੀ ਆ ਉਹ ਕਰਦੀ ਹੈਗੀ ਆ। ਚਾਹੇ ਕਿ ਇੱਥੇ ਇਸ ਟਾਈਮ ਦੇ ਉੱਤੇ ਹਰ ਚੀਜ਼ ਉਹ ਪੰਜਾਬ ਵਾਲੀ ਜਿਹੜੀ ਮੌਜੂਦ ਆ, ਪਰ ਫਿਰ ਵੀ ਇੱਕ ਖਿੱਚ ਹੈਗੀ ਆ। ਤੇ ਜੇ ਅੱਜ ਉਹ ਚੀਜ਼ ਨੂੰ ਖਤਮ ਕਰਨ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ, ਤੇ ਲੋਕ ਉਹ ਯਤਨ ਜਿਹੜੇ ਨੇ ਉਹ ਲਗਾਤਾਰਤਾ ਦੇ ਨਾਲ ਕਰ ਰਹੇ ਹੈਗੇ ਨੇ, ਤੇ ਉਹਦੇ ਵਿੱਚ ਭਾਗੀਦਾਰ ਬਣ ਰਹੇ ਨੇ ਉੱਥੋਂ ਦਾ ਪੋਲੀਟੀਕਲ ਸਟਰਕਚਰ, ਉੱਥੋਂ ਦੇ ਕੁਝ ਖਾਸ ਉਹ ਬੰਦੇ ਜਿਹੜੇ ਬੰਦੇ ਲਗਾਤਾਰ ਜਿਹੜੇ ਨੇ ਉਹ NRIs ਬਾਰੇ, ਸਿੱਖਾਂ ਬਾਰੇ ਜਾਂ ਬਾਕੀ ਜਿਹੜੇ ਲੋਕ ਨੇ ਉਹ ਲਗਾਤਾਰਤਾ ਦੇ ਨਾਲ ਜੋ ਉਹ ਜ਼ਹਿਰ ਉਗਲਦੇ ਨੇ, ਉਹ ਇੱਕ ਬਹੁਤ ਵੱਡਾ ਕਾਰਨ ਜਿਹੜਾ ਉਹ ਫ੍ਰਿਕਸ਼ਨ ਦਾ ਜਿਹੜਾ ਹੈਗਾ, ਆਪਸ ਵਿੱਚ ਡਿਫਰੈਂਸ ਦਾ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ। ਸੋ ਇਹਨਾਂ ਪਹਿਲੂਆਂ ਦੇ ਉੱਤੇ ਵੀ ਸਾਨੂੰ ਨਜ਼ਰ ਮਾਰਨ ਦੀ ਜਿਹੜੀ ਹੈ ਉਹ ਜ਼ਰੂਰਤ ਹੈਗੀ ਆ। ਬ੍ਰੇਕ ਦਾ ਸਮਾਂ ਦੁਬਾਰਾ ਹੋ ਗਿਆ, ਆਪਾਂ ਨੂੰ ਇੱਕ ਛੋਟੇ ਜਿਹੇ ਵਕਫੇ ਲਈ ਇੱਥੇ ਰੁਕਣਾ ਪੈਣਾ। ਆਪਾਂ ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਦਰਸ਼ਕੋ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਆਪਣੇ ਕਮੈਂਟ ਜਿਹੜੇ ਨੇ ਜਾਂ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਔਰ ਸ਼ੇਅਰ ਜ਼ਰੂਰ ਕਰਦਿਆ ਕਰੋ। ਸਾਡਾ YouTube ਚੈਨਲ TV16 ਟੋਰਾਂਟੋ ਦਾ ਜਿਹੜਾ ਹੈ ਉਹ ਜ਼ਰੂਰ ਸਬਸਕ੍ਰਾਈਬ ਕਰ ਲਓ। ਅੱਗੇ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਜ਼ਰੂਰ ਪਹੁੰਚਦਾ ਕਰ ਦਿਆ ਕਰੋ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ। ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905 872 5259 ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ। ਸਟੂਡੀਓ ਦਾ ਇਹੀ ਨੰਬਰ ਹੈਗਾ, ਤਾਂ WhatsApp ਦੇ ਉੱਤੇ ਵੀ ਤੁਸੀਂ ਸਾਨੂੰ ਟੈਕਸਟ ਮੈਸੇਜ ਜਿਹੜਾ ਉਹ ਭੇਜ ਸਕਦੇ ਹੈਗੇ ਹੋ। ਮੈਂ ਜਿਹੜੀ ਗੱਲਬਾਤ ਕਰ ਰਿਹਾ ਸੀਗਾ ਕਿ ਇਸ ਟਾਈਮ ਦੇ ਉੱਤੇ ਜਿਹੜੀ ਅਸੀਂ ਸਾਡੀ ਹੋਂਦ ਦੀ, ਖਿੱਤੇ ਦੀ, ਸਾਡੇ ਉੱਥੇ ਦੀ ਜਿਹੜੀ ਲੜਾਈ ਹੈਗੀ ਆ, ਇਹ ਲੜਾਈ ਬਹੁਤ ਲੰਬੀ ਹੈਗੀ ਆ। ਸੋ ਮੈਂ ਗੱਲਬਾਤ ਕਰਦਾ ਪਿਆ ਸੀਗਾ ਕਿ ਇਹ ਜਿਹੜੀਆਂ ਜਾਗਦੀਆਂ ਜ਼ਮੀਰਾਂ ਨੇ ਉਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਇਹ ਜਾਗਰਤਾ ਜ਼ਰੂਰ ਆਏਗੀ
ਕਿ ਜਿਹੜਾ ਇਹ ਪੋਲੀਟੀਕਲ ਸਟਰਕਚਰ ਇਸ ਟਾਈਮ ਦੇ ਉੱਤੇ ਬਣ ਗਿਆ ਹੈਗਾ ਨਾ, ਤੇ ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਆ, ਤੇ ਕੁਝ ਲੋਕਾਂ ਨੂੰ ਇਹ ਸਮਝ ਆ ਜਾਏਗੀ ਕਿ ਇਹ ਲੋਕ ਹੁਣ ਤੱਕ ਡੈਮੋਕ੍ਰੇਸੀ ਦੇ ਨਾਮ ਦੇ ਉੱਤੇ ਸਿਰਫ ਸਾਨੂੰ ਧੋਖਾ ਤੇ ਸਾਨੂੰ ਸਿਰਫ ਮੂਰਖ ਬਣਾਉਂਦੇ ਰਹੇ ਨੇ, ਤੇ ਉਹ ਲਗਾਤਾਰਤਾ ਦੇ ਨਾਲ ਬਣਾ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਵਾਅਦੇ ਕਰ ਲਏ। ਕੋਈ ਆਂਦਾ ਜੀ ਮੈਂ ਤੁਹਾਨੂੰ ਕਣਕ ਦੀਆਂ ਬੋਰੀਆਂ ਦੇ ਦੂੰਗਾ, ਕੋਈ ਕਹਿੰਦਾ ਜੀ ਮੈਂ ਬਿਜਲੀ ਫ੍ਰੀ ਦੇ ਦੂੰਗਾ, ਕੋਈ ਕਹਿੰਦਾ ਮੈਂ ਜਿਹੜਾ ਹੈ ਉਹ ਤੁਹਾਨੂੰ ਇੰਨੀਆਂ ਕੁ ਨੌਕਰੀਆਂ ਦੇ ਦਊਂਗਾ। ਉਹ ਝੂਠ ਬੋਲ ਕੇ ਉਹਨਾਂ ਦਾ ਮਤਲਬ ਹੈ ਕਿ ਸਾਨੂੰ ਸਾਡੀ ਸੱਤਾ ਜਿਹੜੀ ਆ ਹੱਥ ਵਿੱਚ ਫੜਾ ਦਿੱਤੀ ਜਾਵੇ, ਤੇ ਫਿਰ 4 ਸਾਲ ਤੁਹਾਨੂੰ ਕੁੱਟਾਂਗੇ ਵੀ, ਤੁਹਾਨੂੰ ਲੁੱਟਾਂਗੇ ਵੀ, ਜੋ ਸਾਡੇ ਕੋਲ ਹੋਏਗਾ ਉਹ ਅਸੀਂ ਤੁਹਾਡੇ ਨਾਲ ਕਰਾਂਗੇ। ਤੇ ਉਹ ਕਰਦੇ ਵੀ ਆ ਰਹੇ ਹੈਗੇ ਨੇ, ਕੋਈ ਕਸਰ ਉਹਨਾਂ ਨੇ ਜਿਹੜੀ ਉਹ ਨਹੀਂ ਛੱਡੀ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਛੱਡਣਗੇ। ਸੋ ਸਾਨੂੰ ਕੀ ਕਰਨਾ ਪਏਗਾ, ਅਸੀਂ ਕਿੱਥੇ ਆਣ ਕੇ ਸਟੈਂਡ ਕਰਦੇ ਹੈਗੇ ਆ। ਕਈ ਵਾਰੀ ਸਵਾਲ ਇਹ ਪੈਦਾ ਹੋ ਜਾਂਦਾ ਕਿ ਲੋਕ ਵੀ ਸਾਨੂੰ ਕਹਿੰਦੇ ਨੇ ਕਿ ਅਸੀਂ ਅਕਾਲੀ ਦਲ ਵੀ ਦੇਖ ਲਿਆ, ਅਸੀਂ ਕਾਂਗਰਸ ਵੀ ਦੇਖ ਲਈ, ਰਲਦੀ ਖੁਲਦੀ ਆਮ ਆਦਮੀ ਪਾਰਟੀ ਵੀ ਦੇਖ ਲਈ, ਬਾਕੀ ਵੀ ਦੇਖ ਲਿਆ, ਜਿੰਨਾ ਵੀ ਪੋਲੀਟੀਕਲ ਸਟਰਕਚਰ ਦੇਖ ਰਿਹਾ, ਅਸੀਂ ਜਾਈਏ ਤੇ ਜਾਈਏ ਕਿੱਥੇ। ਹੁਣ ਸਵਾਲ ਇਹ ਹੈ ਵੀ ਬਹੁਤ ਵੱਡਾ ਕਿ ਇਹਦੇ ਵਾਸਤੇ ਕਰਨਾ ਕੀ ਹੋਏਗਾ। ਇਹਦੇ ਵਾਸਤੇ ਦੋ ਜਿਹੜੇ ਨੇ ਉਹ ਨੁਕਤੇ ਜਿਹੜੇ ਜਿੰਨੇ ਕੁ ਮੈਂ ਆਪਣੇ ਸਰੋਤਾਂ ਤੋਂ ਇਕੱਠੇ ਕਰ ਸਕਿਆ ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਜਿਹੜੇ ਉਹ ਕਰ ਦਿੰਦਾ ਹੈਗਾ। ਉਹ ਨੁਕਤੇ ਅਗਰ ਤੁਹਾਨੂੰ ਪਸੰਦ ਆਉਣ ਤੇ ਉਹਨਾਂ ਨੂੰ ਆਪਣੇ ਜੀਵਨ 'ਚ ਅਸੀਂ ਇਸਤੇਮਾਲ ਜ਼ਰੂਰ ਕਰ ਸਕਦੇ ਹੈਗੇ ਆ। ਪਹਿਲਾ ਤਾਂ ਇਹ ਕਿ ਕਿਸੇ ਵੀ ਜਿਹੜਾ ਕੋਈ ਤੁਸੀਂ ਫੇਸ ਮੰਨ ਕੇ ਜਾਂ ਕਿਸੇ ਨੂੰ ਤੁਸੀਂ ਜਿਹੜਾ ਆਪਣਾ ਰੋਲ ਮਾਡਲ ਮੰਨ ਕੇ ਤੇ ਉਸ ਨੂੰ ਵੋਟ ਪਾਉਣੀ ਜਿਹੜੀ ਆ ਉਹ ਬੰਦ ਕਰ ਦਿਓ। ਤੁਸੀਂ ਇਹ ਸੋਚੋ ਕਿ ਕੀ ਕੋਈ ਬੰਦਾ ਸਾਡੇ ਵਾਸਤੇ, ਮਨੁੱਖਤਾ ਵਾਸਤੇ, ਸਰਬੱਤ ਦੇ ਭਲੇ ਵਾਸਤੇ ਕੋਈ ਖੜਦਾ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ। ਮੈਂ ਕੋਈ ਬਹੁਤਾ ਇਸ ਚੀਜ਼ 'ਚ ਵਿਸ਼ਵਾਸ ਨਹੀਂ ਰੱਖਦਾ, ਪਰ ਲੇਕਿਨ ਇਹ ਇੱਕ ਮੌਕੇ ਦੇ ਜਿਹਨੂੰ ਆਪਾਂ ਕਹਿ ਸਕਦੇ ਹੈਗੇ ਆ ਕਿ ਦੋ ਤਰ੍ਹਾਂ ਦੇ ਪ੍ਰੋਗਰਾਮ ਇਨਸਾਨ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਂਦਾ ਹੈਗਾ। ਕੁਛ ਟੈਂਪਰੇਰੀ ਹੁੰਦੇ ਨੇ ਤੇ ਕੁਛ ਪਰਮਾਨੈਂਟ ਹੁੰਦੇ ਨੇ। ਕੁਛ ਟੈਂਪਰੇਰੀ ਪਲਾਨ ਹੁੰਦੇ ਨੇ, ਕੁਛ ਇਹ ਟੈਂਪਰੇਰੀ ਪਲਾਨ ਦੇ ਉੱਤੇ ਯੂਜ਼ ਕੀਤਾ ਜਾ ਸਕਦਾ ਹੈਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਗੱਲ ਕਰਦੇ ਨੇ, ਉਹ ਚਾਹ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਹੋਣ ਜਾਂ ਨਾ ਹੋਣ, ਕਿਉਂਕਿ ਅਸੀਂ ਇਹ ਪਿੰਡ ਨੂੰ ਖਾਲੀ ਵੀ ਨਹੀਂ ਛੱਡ ਸਕਦੇ। ਇਹ ਨਹੀਂ ਚਾਹੁੰਦੇ ਕਿ ਸਾਡੇ ਉੱਤੇ ਕੋਈ ਬਿਹਾਰ ਤੋਂ ਆ ਕੇ ਤੇ ਕੋਈ ਫਲਾਣੇ ਜਗ੍ਹਾ ਤੋਂ ਆ ਕੇ ਜਿਹੜਾ ਹੈ ਉਹ ਗੱਲਬਾਤ ਕਰ ਸਕੇ। ਪੰਜਾਬ ਇੱਕ ਬਾਰਡਰ ਸਟੇਟ ਆ ਤੇ ਪੰਜਾਬ ਦੀਆਂ ਸਮੱਸਿਆਵਾਂ, ਪੰਜਾਬ ਦੇ ਜਿਹੜੇ ਗੁਣ ਨੇ ਤੇ ਔਗਣ ਨੇ, ਜੋ ਵੀ ਉਹਦੀਆਂ ਸਮੱਸਿਆਵਾਂ ਨੇ, ਜੋ ਵੀ ਉੱਥੇ ਕੁਛ ਹੈਗਾ ਨੈਗੇਟਿਵ ਪੋਜ਼ਿਟਿਵ, ਉਹ ਪੰਜਾਬ ਵਾਲਾ ਆਦਮੀ ਹੀ, ਪੰਜਾਬ ਦਾ ਜੰਮਿਆ ਹੀ ਸਮਝ ਸਕਦਾ। ਬਾਹਰੋਂ ਆ ਕੇ ਉਹ ਕੋਈ ਅੰਡਰਸਟੈਂਡ ਨਹੀਂ ਕਰ ਸਕਦਾ। ਚਾਹੇ ਉਹ 20 ਸਾਲ 30 ਸਾਲ ਉੱਥੇ ਰਹਿ ਲਵੇ, ਉਹਦਾ ਨਾ ਤੇ ਮਿੱਟੀ ਕਰਕੇ ਕੋਈ ਮੋਹ ਹੋ ਸਕਦਾ ਹੈਗਾ ਤੇ ਨਾ ਹੀ ਉਹਦਾ ਕੋਈ ਸਮਾਜਿਕ ਤੌਰ ਤੇ, ਨਾ ਜਿਹੜਾ ਹੈ ਧਾਰਮਿਕ ਤੌਰ ਦੇ ਉੱਤੇ, ਤੇ ਨਾ ਹੀ ਕਿਸੇ ਹੋਰ ਤੌਰ ਦੇ ਉੱਤੇ ਜਿਹੜਾ ਹੈਗਾ ਉਹਦਾ ਸੰਬੰਧ ਜੁੜ ਸਕਦਾ ਹੈਗਾ। ਸੋ ਇੱਕ ਤਾਂ ਇਹ ਕਿ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਇਹ ਜਿਹੜੇ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਗੱਲ ਹੈ ਉਹ ਕਰ ਸਕਦੇ ਹੋਣ। ਤੇ ਜੇ ਤੁਹਾਨੂੰ ਬਿਲਕੁਲ ਕੋਈ ਬੰਦਾ ਲੱਗਦਾ ਕਿ ਇਹ ਸਾਰੇ ਨਖਿੱਧ ਨੇ ਇੱਕੋ ਜਗ੍ਹਾ ਦੇ ਉੱਤੇ ਹੈਗੇ ਨੇ, ਤਾਂ ਫੇਰ ਭਾਈ ਤੁਹਾਡੇ ਕੋਲ ਇੱਕ ਬਟਨ ਹੈਗਾ ਉੱਥੇ ਕਿ ਤੁਸੀਂ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ, ਉਹ ਵਰਤ ਲਓ। ਤੇ ਤੁਸੀਂ ਕਮ ਸੇ ਕਮ ਇਹਨਾਂ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਚਪੇੜ ਤਾਂ ਮਾਰੋ ਵੀ ਭਾਈ ਤੁਹਾਨੂੰ ਅਸੀਂ ਪਸੰਦ ਹੀ ਨਹੀਂ ਕਰਦੇ ਹੈਗੇ, ਨਾ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ। ਇਹ ਬੇਵਿਸ਼ਵਾਸੀ ਹੋਣ ਲੱਗ ਪਈ ਆ ਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਤੁਸੀਂ ਦੇਖੋਗੇ ਕਿ ਇਹ ਬੇਵਿਸ਼ਵਾਸੀ ਜਿਹੜੀ ਆ ਉਹ ਲਗਾਤਾਰਤਾ ਦੇ ਨਾਲ ਵੱਧੇਗੀ। ਕਿਉਂਕਿ ਅੱਜ ਜਿੰਨਾ ਵੀ ਸਮਾਂ ਹੁਣ ਪਿੱਛੇ ਨਿਕਲਿਆ, ਅਕਾਲੀ ਦਲ ਆਪਣੇ ਜਿਹੜੇ ਜੋ ਵੀ ਉਹਨਾਂ ਨੇ ਕੀਤਾ ਕਰਾਇਆ ਉਹਨੂੰ ਧੋਣ ਧਵਾਣ 'ਚ ਲੱਗਿਆ ਹੋਇਆ, ਤੇ ਕਾਂਗਰਸ ਇਹ ਕਹਿ ਰਹੀ ਆ ਕਿ ਅਸੀਂ ਜਿਹੜੇ ਵਾਅਦੇ ਨਹੀਂ ਨਿਭਾ ਸਕੇ, ਸਾਨੂੰ 5 ਸਾਲ ਹੋਰ ਦੇ ਦਿਓ ਤੇ ਹੁਣ ਅਸੀਂ ਚਿਹਰਾ ਨਵਾਂ ਲੈਣ ਦਾ, ਤੇ ਹੁਣ ਤੁਹਾਨੂੰ ਅਸੀਂ ਵਾਅਦੇ ਜਿਹੜੇ ਨੇ ਉਹ ਪੂਰੇ ਕਰ ਦਿਆਂਗੇ। ਤੇ ਜਿਹੜੀ ਉਹ ਤੀਜੀ ਚੌਥੀ ਧਿਰ ਤੁਰੀ ਫਿਰਦੀ ਹੈਗੀ ਆ, ਉਹਨਾਂ ਦਾ ਕੋਈ ਆਪਣਾ ਹੀ ਹਿਸਾਬ ਕਿਤਾਬ ਹੈਗਾ। ਉਹ ਕਦੀ ਕਹਿੰਦੇ ਨੇ ਜੀ ਤੁਹਾਨੂੰ ਅਸੀਂ ਬਿਜਲੀ ਫ੍ਰੀ ਦੇ ਦਿਆਂਗੇ। ਭਾਈ ਤੁਹਾਡੀ ਬਿਜਲੀ ਕਿੱਥੋਂ ਦੀ ਆ? ਬਿਜਲੀ ਦੇ ਪੰਜਾਬ ਦੀ ਆ। ਤੁਸੀਂ ਉਹਨਾਂ ਕੋਲ ਵੀ ਕੋਈ ਪਲਾਨ ਹੈਗਾ? ਜਿਹੜੀ ਚੌਥੀ ਧਿਰ ਕੋਈ ਬਣਨ ਨੂੰ ਤੁਰੀ ਫਿਰਦੀ ਹੈਗੀ ਆ, ਉਹਦੇ ਵੀ ਹਾਲਾਤ ਇਦਾਂ ਦੇ ਨੇ। ਉਹ ਵੀ ਲੋਕ ਸਾਰੀ ਉਮਰ ਇਹਨਾਂ ਪਾਰਟੀਆਂ ਚੋਂ ਹੀ ਨਿਕਲੇ ਹੈਗੇ ਨੇ। ਸੋ ਕਿਸੇ ਕੋ ਵੀ ਕੋਈ ਪੰਜਾਬ ਵਾਸਤੇ ਕੋਈ ਮਾਸਟਰ ਪਲਾਨ ਇਸ ਟਾਈਮ ਦੇ ਉੱਤੇ ਜਿਹੜਾ ਦਿਖਾਈ ਨਹੀਂ ਦਿੰਦਾ। ਸਿਰਫ ਆਪਣੇ ਆਪ ਨੂੰ ਸਾਫ਼ ਸੁਥਰਾ ਹੋ ਕੇ ਅੱਗੇ ਨਿਕਲਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈਗੀ ਆ, ਉਹ ਹੈਗੀ ਆ ਕਿ ਸੱਤਾ ਦੀਆਂ ਚਾਬੀਆਂ ਸਾਡੇ ਹੱਥ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਜਾਣ
ਤੇ ਅਸੀਂ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਜਿਹੜਾ ਉੱਲੂ ਆ ਉਹ ਸਿੱਧਾ ਕਰ ਸਕੀਏ। ਸੋ ਜਿੱਥੇ ਸਾਡੀ ਹੋਂਦ ਦੀ ਲੜਾਈ ਆ, ਜਿੱਥੇ ਸਾਡੇ ਖਿੱਤੇ ਦੀ, ਸਾਡੀ ਆਪਣੀ ਹੋਂਦ ਦੀ ਲੜਾਈ ਹੈਗੀ ਆ, ਉੱਥੇ ਸਾਨੂੰ ਇਹ ਟੈਂਪਰੇਰੀ ਜਿਹੜੇ ਕੰਮ ਨੇ ਉਹ ਜ਼ਰੂਰ ਕਰਨੇ ਪੈਣਗੇ। ਲੇਕਿਨ ਪਰਮਾਨੈਂਟ ਵਾਸਤੇ ਮੈਂ ਇੱਕੋ ਹੀ ਹੱਲ ਜਿਹੜਾ ਇਹਦੇ ਵਾਸਤੇ ਲੱਭਦਾ ਹੈਗਾ ਕਿ ਸਾਨੂੰ ਖਾਲਸਾ ਰਾਜ ਦੀ ਜਿਹੜੀ ਹੈਗੀ ਆ ਉਹਦੇ ਵੱਲ ਸਾਨੂੰ ਕਦਮ ਜਿਹੜੇ ਨੇ ਉਹ ਪੁੱਟਣੇ ਪੈਣਗੇ। ਉੱਥੇ ਹੀ ਸਰਬੱਤ ਦੇ ਭਲੇ ਦੀ ਗੱਲ ਹੋ ਸਕਦੀ ਹੈਗੀ ਆ, ਉੱਥੇ ਹੀ ਲੋਕਾਂ ਦਾ ਜੀਵਨ ਪੱਧਰ ਜਿਹੜਾ ਹੋ ਸਕਦਾ ਹੈਗਾ, ਉੱਥੇ ਹੀ ਜਿਹੜੇ ਪ੍ਰਵਾਸ ਕਰ ਚੁੱਕੇ ਲੋਕ ਨੇ ਉਹ ਵੀ ਮੁੜ ਆਉਣ ਦੀ ਜਿਹੜੀ ਆ ਉਹ ਆਸ ਰੱਖਣਗੇ, ਜਾਂ ਮੁੜ ਉਹਨਾਂ ਦੇ ਸਬੰਧ ਜਿਹੜੇ ਨੇ ਉਹ ਬਣ ਸਕਦੇ ਹੈਗੇ ਨੇ, ਜੇ ਉੱਥੇ ਸਾਰਾ ਕੁਝ ਸੁਖਾਵਾਂ ਮਾਹੌਲ ਜਿਹੜਾ ਉਹ ਪੈਦਾ ਹੋ ਸਕੇਗਾ। ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਸਕੇਗਾ ਕਿ ਉਹਨੂੰ ਇਹ ਨਾ ਮਹਿਸੂਸ ਹੋਵੇ ਕਿ ਮੈਂ ਆਪਣੀ ਇਸ ਧਰਤੀ ਤੋਂ ਬਾਹਰ ਜਿੱਥੇ ਵੀ ਉਹ ਕਿਤੇ ਬੈਠਾ, ਮੈਂ ਉਸ ਧਰਤੀ ਦੇ ਉੱਤੇ ਜਾ ਰਿਹਾ ਹੈਗਾ ਤੇ ਉੱਥੇ ਮੈਨੂੰ ਕੋਈ ਕਿਸੇ ਕਿਸਮ ਦਾ ਕੋਈ ਡਰ, ਕੋਈ ਭੌ ਜਾਂ ਮੇਰੇ ਵਾਸਤੇ ਕੋਈ ਮੁਸੀਬਤ ਜਿਹੜੀ ਆ ਉਹ ਖੜੀ ਹੋ ਸਕਦੀ ਹੈਗੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਬਚਾਉਣ ਵਾਸਤੇ ਯਤਨ ਜਿਹੜੇ ਨੇ ਉਹ ਕਰਨੇ ਪੈਣਗੇ, ਤਾਂ ਅਸੀਂ ਕੋਈ ਆਪਣੀ ਜਿਹੜੀ ਹੈ ਭਵਿੱਖ ਵਾਸਤੇ ਕੋਈ ਚੰਗੀ ਜਿਹੜੀ ਹੈ ਉਹ ਸੋਚ ਸਕਦੇ ਹੈਗੇ ਆ। ਇਹ ਸਾਰਿਆਂ ਵਾਸਤੇ ਹੀ ਹੈ, ਪੰਜਾਬ ਦੇ ਹਰ ਉਹ ਬਸ਼ਿੰਦੇ ਵਾਸਤੇ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ। ਮੈਂ ਉਹਨਾਂ ਬਹੁ ਗਿਣਤੀ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਬਹੁ ਗਿਣਤੀ ਦੇ ਵਿੱਚ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਸਾਡਾ ਰਾਜ ਆ, ਕਦੀ ਸ਼ੀਸ਼ੇ ਅੱਗੇ ਖੜੇ ਹੋ ਕੇ, ਕਦੀ ਸਵੇਰੇ ਉੱਠ ਕੇ ਜਿਸ ਨੂੰ ਤੁਸੀਂ ਆਪਣਾ ਇਸ਼ਟ ਮੰਨਦੇ ਹੋ, ਕਦੀ ਉਸ ਦੇ ਅੱਗੇ ਖੜੇ ਹੋ ਕੇ ਦੇਖਿਓ ਕਿ ਕੀ ਤੁਹਾਡਾ ਹੁਣ ਤੱਕ ਕੁਛ 74 ਸਾਲਾਂ ਦੇ ਵਿੱਚ ਸੰਵਰਿਆ, ਕੁਛ ਤੁਹਾਡੇ ਹਾਲਾਤ ਚੰਗੇ ਹੋਏ ਨੇ। ਤੇ ਇਹ ਮਹਿਸੂਸ ਜ਼ਰੂਰ ਕਰਿਓ ਕਿ 2014 ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਸੀਂ ਬਿਲਕੁਲ ਸੁਰੱਖਿਅਤ ਹੋ, ਤੁਹਾਡੀ ਧੀ ਭੈਣ ਸੁਰੱਖਿਅਤ ਹੈ, ਤੁਹਾਡਾ ਆਪਣਾ ਜੀਵਨ ਸੁਰੱਖਿਅਤ ਹੈ, ਤੁਹਾਡਾ ਆਉਣ ਵਾਲਾ ਸਮਾਂ ਸੁਰੱਖਿਅਤ ਹੋ ਸਕਦਾ ਹੈਗਾ। ਇਹ ਜ਼ਰੂਰ ਸੋਚਿਓ। ਜਿਹੜੀਆਂ ਮਿਨੋਰਟੀਜ਼ ਨੇ ਉਹ ਤਾਂ ਸੋਚ ਹੀ ਰਹੀਆਂ ਨੇ, ਉਹ ਤਾਂ ਆਪਣੇ ਯਤਨ ਜਿੰਨੇ ਕੁ ਨੇ ਉਹ ਕਰ ਵੀ ਰਹੀਆਂ ਨੇ, ਪਰ ਯਤਨ ਇੰਨੇ ਛੋਟੇ ਰੂਪ ਦੇ ਵਿੱਚ ਸਾਨੂੰ ਕੋਈ ਫਾਇਦਾ ਜਿਹੜਾ ਉਹ ਨਹੀਂ ਦੇ ਸਕਣਗੇ। ਸਾਨੂੰ ਬਹੁਤ ਵੱਡੇ ਰੂਪ ਦੇ ਵਿੱਚ ਜਿਹੜੇ ਯਤਨ ਨੇ ਉਹ ਕਰਨੇ ਪੈਣਗੇ, ਤਾਂ ਜਾ ਕੇ ਜਿਹੜਾ ਹੈ ਸਾਡਾ ਆਉਣ ਵਾਲਾ ਸਮਾਂ ਹੈ ਉਹ ਵਧੀਆ ਜਿਹੜਾ ਉਹ ਹੋ ਸਕਦਾ ਹੈਗਾ। ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਤਕਰੀਬਨ ਸਮਾਪਤੀ ਵੱਲ ਜਾ ਰਿਹਾ ਹੈਗਾ। ਅੱਜ ਕੁਝ ਪ੍ਰੋਗਰਾਮ ਅਸੀਂ ਲੇਟ ਸ਼ੁਰੂ ਕੀਤਾ ਸੀਗਾ ਤੇ ਇਸ ਟਾਈਮ ਦੇ ਉੱਤੇ ਤਕਰੀਬਨ ਕੁਝ ਸਮਾਂ ਵੱਧ ਹੋ ਚੁੱਕਿਆ ਹੈਗਾ। ਕੱਲ ਆਪਾਂ ਸਮੇਂ ਸਿਰ 9:30 ਵਜੇ ਤੁਹਾਡੇ ਨਾਲ ਦੁਬਾਰਾ ਸਾਂਝ ਜਿਹੜੀ ਆ ਉਹ ਪਾਉਣ ਦੀ ਕੋਸ਼ਿਸ਼ ਕਰਾਂਗੇ। ਪ੍ਰਮਾਤਮਾ ਨੇ ਸਾਹ ਬਖਸ਼ੇ। ਸੋ ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।